ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਸ਼੍ਰੀ ਗੁਰੂ ਰਾਮ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਜੈ ਕਾਬਲ ਕੋ ਨਗਰ ਸੁਹਾਵਾ ਤਿਸ ਮੈਂ ਪ੍ਰਵਸ਼ੇ ਦੁਖ ਬਨ ਦਾਵਾ। ਇਕ ਮਸੀਤ ਅਵਲੋਕੀ ਨੀਕੀ ਬੈਠਕ ਹੁਤੀ ਤੁਰਕ ਸਭ ਹੀ ਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ ਕੇ ਸਤਿਗੁਰੂ ਦੀਨ ਦਿਆਲ ਭਗਤ ਵਛਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੁਝ ਘੜੀਆਂ ਸਤਿਗੁਰੂ ਜੀ ਦੇ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਵਲੀ ਕੰਧਾਰੀ ਦੇ ਮਨ ਦਾ ਮਾਣ ਤੇ ਹੰਕਾਰ ਦੂਰ ਕਰਕੇ ਪਰਮਾਰਥ ਦੇ ਰਸਤੇ ਤੇ ਜੋ ਉਸ ਦੇ ਅਧਿਆਤਮਕ ਜਗਤ ਦੇ ਵਿੱਚ ਬੜਾ ਵੱਡਾ ਪੱਥਰ ਬਣਿਆ ਬੈਠਾ ਸੀ,
ਉਸ ਰੁਕਾਵਟ ਨੂੰ ਦੂਰ ਕਰਕੇ ਬਲੀ ਗੰਧਾਰੀ ਨੂੰ ਆਪਣੇ ਨਿਜਾਪੇ ਦੀ ਸੋਝੀ ਗੁਰੂ ਨਾਨਕ ਸਾਹਿਬ ਨੇ ਬਖਸ਼ੀ ਹੈ। ਔਰ ਮਹਾਰਾਜ ਜੀ ਦੀ ਯਾਦਗਾਰ ਗੁਰਦੁਆਰਾ ਪੰਜਾ ਸਾਹਿਬ ਅੱਜ ਵੀ ਉੱਥੇ ਸ਼ੋਭਨੀਕ ਹੈ, ਸਤਿਗੁਰਾਂ ਦਾ ਪਵਿੱਤਰ ਪਾਵਨ ਸਥਾਨ ਹੈ। ਨਿਰਮਲ ਜਲ ਦਾ ਪ੍ਰਵਾਹ ਲਗਾਤਾਰ ਨਿਰੰਤਰ ਅੱਜ ਵੀ ਉੱਥੇ ਵਗ ਰਿਹਾ ਹੈ। ਉਹ ਸਿਲਾ ਅੱਜ ਵਰਤਮਾਨ ਦੇ ਸਮੇਂ ਵਿੱਚ ਵੀ ਉਸੇ ਤਰ੍ਹਾਂ ਉੱਥੇ ਮੌਜੂਦ ਹੈ। ਜਿਸ ਸਿਲਾ ਵਿੱਚ, ਜਿਸ ਪੱਥਰ ਵਿੱਚ ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਦਾ ਪਾਵਨ ਦਸਤ ਕਮਲ ਲੱਗਾ ਹੋਇਆ, ਪੰਜਾ ਲੱਗਾ ਹੋਇਆ। ਪੰਜਾ ਸਾਹਿਬ ਤੋਂ ਚੱਲ ਕੇ ਗਰੀਬ ਨਵਾਜ ਪਾਤਸ਼ਾਹ ਅੱਗੇ ਵਧੇ ਨੇ। ਅਨੇਕਾਂ ਨਗਰਾਂ ਥਾਵਾਂ ਨੂੰ ਪਵਿੱਤਰ ਕਰਦਿਆਂ ਪਾਤਸ਼ਾਹ ਜੀ ਕਾਬਲ ਆਏ ਹਨ। ਕਾਬਲ ਨਗਰ ਵਿੱਚ ਪਾਤਸ਼ਾਹ ਨੇ ਚਰਨ ਪਾਏ ਨੇ ਕਿ ਮਸੀਤ ਵਿੱਚ ਆਓ, ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਆਪ ਦੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੀਏ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਜੈ ਕਾਬਲ ਕੋ ਨਗਰ ਸੁਹਾਵਾ। ਜਿੱਥੇ ਕਾਬਲ ਨਗਰ ਸ਼ੋਭਨੀਕ ਹੈ, ਬੜਾ ਸੁੰਦਰ ਨਗਰ ਹੈ ਕਾਬਲ, ਬੜਾ ਸੁੰਦਰ ਰਮਣੀਕ ਇਲਾਕਾ ਹੈ ਕਾਬਲ ਦਾ। ਐਸੇ ਸੋਹਣੇ ਨਗਰ ਵਿੱਚ ਤਿਸ ਮੈਂ ਪ੍ਰਵਸ਼ੇ ਦੁੱਖ ਬਨ ਦਾਵਾ। ਦੁੱਖਾਂ ਰੂਪੀ ਜੰਗਲ ਨੂੰ ਅਗਨੀ ਵਾਂਗੂ ਸਾੜਨ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਐਸੇ ਕਾਬਲ ਨਗਰ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਇੱਕ ਮਸੀਤ ਅਵਲੋਕੀ ਨੀਕੀ। ਕਾਬਲ ਸ਼ਹਿਰ ਦੇ ਵਿੱਚ ਇੱਕ ਬੜੀ ਸੁੰਦਰ ਮਸੀਤ ਬਣੀ ਹੋਈ ਸੀ। ਮਸੀਤ ਦੀਆਂ ਕੰਧਾਂ ਤੇ ਬਹੁਤ ਸੁੰਦਰ ਚਿੱਤਰਕਾਰੀ ਕੀਤੀ ਹੋਈ ਹੈ। ਬੜੀ ਸੋਹਣੀ ਮਸਜਿਦ ਬਣਾਈ ਹੋਈ ਹੈ। ਬੈਠਕ ਹੋਤੀ ਤੁਰਕ ਸਭ ਹੀ ਕੀ। ਉਸ ਮਸੀਤ ਵਿੱਚ ਤੁਰਕਾਂ ਦੇ ਬੈਠਣ ਦੀ ਬੈਠਕ ਬਣੀ ਹੋਈ ਹੈ, ਜਿੱਥੇ ਮੁਸਲਮਾਨ ਭਾਈਚਾਰੇ ਦੇ ਲੋਕ, ਮੌਲਵੀ, ਕਾਜੀ ਵਗੈਰਾ ਉਹ ਉੱਥੇ ਆ ਕੇ ਬੈਠਿਆ ਕਰਦੇ ਸਨ। ਤਿਸ ਕੇ ਮੱਧ ਜਾਏ ਕੀਏ ਡੇਰਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਸੇ ਮਸੀਤ ਵਿੱਚ ਜਾ ਕੇ ਆਪਣਾ ਡੇਰਾ ਕੀਤਾ, ਜਿੱਥੇ ਮੌਲਵੀ ਕਾਜੀ ਬੈਠਦੇ ਸਨ, ਜਿੱਥੇ ਉਹਨਾਂ ਦੀ ਬੈਠਕ ਸੀ, ਉਹਨਾਂ ਦੇ ਬਹਿਣ ਦੀ ਜਗ੍ਹਾ ਸੀ। ਉਸ ਜਗ੍ਹਾ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਸੇ ਮਸੀਤ ਦੇ ਅੰਦਰ ਆ ਕੇ ਬੈਠੇ ਹਨ। ਆਨ ਮੁੱਲਾ ਨੇ ਗੁਰ ਕੋ ਹੀਰਾ। ਮਸੀਤ ਦਾ ਜਿਹੜਾ ਮੁੱਲਾ ਸੀ, ਮੌਲਵੀ, ਉਹ ਮੁੱਲਾ ਆਇਆ, ਉਹਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਬੈਠਿਆਂ ਵੇਖਿਆ। ਸਤਿਗੁਰੂ ਜੀ ਨੂੰ ਬੈਠਿਆਂ ਵੇਖ ਕੇ ਬੋਲਿਓ ਕੌਣ ਕਹਾਂ ਤੇ ਆਏ। ਮਹਾਰਾਜ ਜੀ ਨੂੰ ਕਹਿਣ ਲੱਗਾ, ਜੀ ਕੌਣ ਹੋ ਤੁਸੀਂ ਤੇ ਕਿੱਥੋਂ ਚੱਲ ਕੇ ਆਏ ਹੋ, ਇੱਥੇ ਕਿਵੇਂ ਬੈਠੇ ਹੋ? ਹਿੰਦੂ ਸੇ ਤੁਮ ਪਰੋਂ ਲਖਾਏ। ਮੈਨੂੰ ਇਉਂ ਜਾਪਦਾ ਵੀ ਤੁਸੀਂ ਹਿੰਦੂ ਧਰਮ ਨਾਲ ਸੰਬੰਧ ਰੱਖਦੇ ਹੋ, ਕਿਉਂਕਿ ਸਿੱਖਾਂ ਨੂੰ ਤਾਂ ਉਹ ਨਹੀਂ ਜਾਣਦਾ, ਉਹ ਤਾਂ ਹਿੰਦੂਆਂ ਨੂੰ ਹੀ ਜਾਣਦਾ ਸੀ ਜਿਹੜਾ ਮੁੱਲਾ ਸੀ। ਕਹਿਣ ਲੱਗਾ, ਮੈਨੂੰ ਇਉਂ ਜਾਪਦਾ ਹੈ ਕਿ ਤੁਸੀਂ ਹਿੰਦੂ ਹੋ, ਤੁਹਾਡੇ ਪਹਿਰਾਵੇ ਤੋਂ, ਤੁਹਾਡੇ ਸਰੂਪ ਤੋਂ ਇਉਂ ਪ੍ਰਤੀਤ ਹੁੰਦਾ ਹੈ। ਇਹ ਤੁਰਕਨ ਕੋ ਥਾਨ ਮਹਾਨਾ। ਜਿਸ ਮਸੀਤ ਵਿੱਚ ਤੁਸੀਂ ਆ ਕੇ ਬੈਠੇ ਹੋ, ਇਹ ਮੁਸਲਮਾਨਾਂ ਦੀ ਮਸੀਤ ਹੈ। ਇੱਥੇ ਕੇਵਲ ਤੁਰਕ ਆ ਸਕਦੇ ਨੇ, ਤੁਰਕਾਂ ਨੂੰ ਆਉਣ ਦੀ ਇਜਾਜ਼ਤ ਹੈ। ਬੈਸੋ ਨੇ ਤੁਮ ਕਰੋ ਪਿਆਨਾ। ਤੇ ਤੁਸੀਂ ਜੋ ਵੀ ਹੋ ਇੱਥੋਂ ਚਲੇ ਜਾਓ, ਇੱਥੋਂ ਪਿਆਨਾ ਕਰ ਜਾਓ, ਇਸ ਜਗ੍ਹਾ ਤੇ ਬੈਠਣ ਦਾ ਤੁਹਾਡਾ ਕੋਈ ਹੱਕ ਨਹੀਂ। ਸ਼੍ਰੀ ਨਾਨਕ ਜੀ ਬੈਨ ਉਚਾਰੇ। ਜਦੋਂ ਮੁੱਲਾ ਨੇ ਇਹ ਗੱਲਾਂ ਕਹੀਆਂ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣੀਆਂ। ਸੁਣ ਕੇ ਗਰੀਬ ਨਵਾਜ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ, ਮਾਰਗ ਚਲਤੇ ਓ ਪਗ ਹਮ ਹਾਰੇ। ਮਹਾਰਾਜ ਜੀ ਕਹਿਣ ਲੱਗੇ, ਮੁੱਲਾ ਜੀ ਬੜਾ ਲੰਮਾ ਪੈਂਡਾ ਪਿੱਛੋਂ ਤੈਅ ਕਰਕੇ ਆਏ ਹਾਂ, ਤੇ ਰਸਤੇ ਵਿੱਚ ਚਲਦਿਆਂ ਪੱਗ ਹਾਰੇ ਦਾ ਮਤਲਬ ਹੁੰਦਾ ਵੀ ਸਾਡੇ ਚਰਨ ਥੱਕ ਗਏ।
ਪਿੱਛੋਂ ਕਿੰਨਾ ਲੰਮਾ ਪੈਂਡਾ ਤੈਅ ਕਰਕੇ ਪੈਦਲ ਤੁਰ ਕੇ ਅਸੀਂ ਆਏ ਹਾਂ। ਰਹਿਨੋ ਏਕ ਸਰਵਰੀ ਸਾਰੀ। ਅਸੀਂ ਕਿਹੜਾ ਤੁਹਾਡੀ ਮਸੀਤ ਤੇ ਕਬਜ਼ਾ ਕਰਨ ਲੱਗੇ ਆ। ਮਹਾਰਾਜ ਜੀ ਕਹਿੰਦੇ ਇੱਕ ਰਾਤ ਰਹਿਣਾ ਅਸੀਂ ਇੱਥੇ। ਦੂਰੋਂ ਚੱਲ ਕੇ ਆਏ ਆ, ਲੰਮਾ ਪੈਂਡਾ ਤੈਅ ਕਰਕੇ ਆਏ ਆ, ਥਕੇਵਾਂ ਹੋਇਆ ਹੈ। ਤੁਹਾਡੀ ਇਸ ਮਸੀਤ ਵਿੱਚ ਕੇਵਲ ਇੱਕ ਰਾਤ ਵਾਸਤੇ ਅਸੀਂ ਠਹਿਰਨਾ ਰਹਿਣਾ ਹੈ। ਗਵਨੇ ਹੋਵਤ ਭੋਰ ਅਗਾਰੀ। ਕੱਲ ਸਵੇਰੇ ਦਿਨ ਚੜ੍ਹਦਿਆਂ ਲੋ ਲੱਗਦਿਆਂ ਅਸੀਂ ਇੱਥੋਂ ਅੱਗੇ ਚਲੇ ਜਾਣਾ ਹੈ। ਮੁੱਲਾ ਕਈ ਰਹੋ ਨੇ ਬੈਸੀ। ਮੁੱਲਾ ਬੋਲਿਆ, ਕਹਿਣ ਲੱਗਾ ਜੀ ਨਹੀਂ, ਮੈਂ ਨਹੀਂ ਤੁਹਾਨੂੰ ਇੱਥੇ ਬੈਠਣ ਦੇਣਾ। ਹਾਲੇ ਸ਼ਾਮ ਜੇ ਦਾ ਹੀ ਸਮਾਂ, ਹਾਲੇ ਰਾਤ ਨਹੀਂ ਪਈ, ਮੈਂ ਤੁਹਾਨੂੰ ਇੱਥੇ ਨਹੀਂ ਬੈਠਣ ਦੇਣਾ। ਹਿੰਦੂ ਰਹਿਨੇ ਦਿਓ ਨਾ ਕੈਸੀ। ਕਿਉਂਕਿ ਅਸੀਂ ਆਪਣੀ ਮਸੀਤ ਵਿੱਚ ਕਿਸੇ ਹਿੰਦੂ ਨੂੰ ਨਹੀਂ ਬੈਠਣ ਦੇ ਸਕਦੇ, ਕਿਸੇ ਹਿੰਦੂ ਨੂੰ ਅਸੀਂ ਇੱਥੇ ਨਹੀਂ ਰਹਿਣ ਦੇ ਸਕਦੇ। ਆਨ ਸਥਾਨ ਕਰੋ ਗੁਜ਼ਰਾਨਾ। ਤੁਸੀਂ ਇਸ ਜਗ੍ਹਾ ਤੋਂ ਹੋਰ ਕਿਤੇ ਚਲੇ ਜਾਓ ਤੇ ਆਪਣੀ ਰਾਤ ਕਿਸੇ ਹੋਰ ਜਗ੍ਹਾ ਤੇ ਜਾ ਕੇ ਗੁਜ਼ਾਰਾ ਕਰ ਲਵੋ। ਕਹਾ ਮਾਨ ਮਮ ਕਰੋ ਪਿਆਨਾ। ਤੁਸੀਂ ਜੋ ਵੀ ਹੋ ਇੱਥੋਂ ਚਲੇ ਜਾਓ, ਮੇਰਾ ਕਹਿਆ ਮੰਨ ਲਓ ਤੇ ਮੇਰਾ ਕਹਿਆ ਮੰਨ ਕੇ ਇੱਥੋਂ ਟੁਰ ਜਾਓ। ਆਏ ਤੁਰਕ ਕੋ ਰਿਸ ਉਪਜੇ ਹੈ। ਹਾਲੇ ਤੇ ਕੱਲਾ ਮੈਂ ਕਹਿ ਰਿਹਾ, ਬਾਅਦ ਵਿੱਚ ਜੇ ਮੇਰੇ ਭਾਈਚਾਰੇ ਦੇ ਹੋਰ ਲੋਕ ਆ ਗਏ, ਉਹ ਆ ਕੇ ਫਿਰ ਤੁਹਾਡੇ ਤੇ ਗੁੱਸਾ ਕਰਨਗੇ, ਤੁਹਾਡੇ ਤੇ ਕ੍ਰੋਧ ਕਰਨਗੇ ਤੇ ਕ੍ਰੋਧ ਕਰਕੇ ਤੁਹਾਡੀ ਤਾੜਨਾ ਕਰਨਗੇ। ਬਾਹਾਂ ਪਕੜ ਕੇ ਤੁਰਤ ਉਠੇ ਹੈ। ਉਹ ਤੁਹਾਡੀ ਬਾਹ ਫੜ ਕੇ ਤੁਹਾਨੂੰ ਇੱਥੋਂ ਉਠਾ ਕੇ ਬਾਹਰ ਕੱਢਣਗੇ, ਫਿਰ ਇਹਦਾ ਕੋਈ ਫਾਇਦਾ ਨਹੀਂ ਹੋਣਾ। ਇਸ ਕਰਕੇ ਮੇਰਾ ਕਹਿਆ ਮੰਨੋ ਤੇ ਆਪਣੇ ਆਪ ਇੱਥੋਂ ਉੱਠ ਕੇ ਚਲੇ ਜਾਓ। ਹਿੰਦੂ ਕੋ ਕਿਆ ਕਾਮ ਮਸੀਤੀ। ਹਾਂ, ਤੁਹਾਡੇ ਵਰਗੇ ਕਾਫਰਾਂ ਦਾ ਇੱਥੇ ਸਾਡੀ ਮਸੀਤ ਵਿੱਚ ਕੀ ਕੰਮ ਹੈ? ਤੁਹਾਡਾ ਕੰਮ ਇੱਥੇ ਸਾਡੀ ਮਸੀਤ ਵਿੱਚ ਕੀ ਹੈ? ਉੱਠ ਕਰ ਚਲੇ ਜਾਓ ਭਲ ਰੀਤੀ। ਭਲੀ ਰੀਤ ਇਹ ਹੀ ਹੈ ਕਿ ਤੁਸੀਂ ਇਸ ਜਗ੍ਹਾ ਤੋਂ ਉੱਠ ਕੇ ਚਲੇ ਜਾਓ। ਜੇ ਮਮ ਬਾਤ ਨ ਮਾਨੋ ਕਾਈ। ਤੇ ਜੇ ਤੁਸੀਂ ਮੇਰੀ ਗੱਲ ਨਹੀਂ ਮੰਨਦੇ, ਮੇਰਾ ਕਹਿਣਾ ਨਹੀਂ ਮੰਨਦੇ, ਮੇਰੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ, ਪਕੜ ਬਾਹਾਂ ਮੈਂ ਦਿਓ ਉਠਾਈ। ਫਿਰ ਮੈਂ ਤੁਹਾਡੀ ਬਾਹ ਪਕੜ ਕੇ ਇੱਥੋਂ ਉਠਾਵਾਂਗਾ। ਮੈਨੂੰ ਮਜਬੂਰ ਨਾ ਕਰੋ, ਫਿਰ ਮੈਨੂੰ ਤੁਹਾਡੀ ਬਾਹ ਫੜ ਕੇ ਇੱਥੋਂ ਉਠਾਣਾ ਪਵੇਗਾ। ਸੁਨ ਸ਼੍ਰੀ ਮੁਖ ਬਿਗਸੇ ਗੁਣ ਖਾਨੀ। ਮਹਾਰਾਜ ਜੀ ਬੁੱਲਾਂ ਦੀਆਂ ਗੱਲਾਂ ਸੁਣੀ ਜਾਂਦੇ ਤੇ ਜਿਵੇਂ ਕੋਈ ਅਣਜਾਣ ਬੰਦਾ ਬੋਲਦਾ ਹੋਵੇ ਤੇ ਸਿਆਣਾ ਬੰਦਾ ਮੁਸਕਰਾਈ ਜਾਂਦਾ ਨਾ, ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਮੁਸਕਰਾਈ ਜਾਂਦੇ ਮੁੱਲਾਂ ਦੀਆਂ ਗੱਲਾਂ ਸੁਣ ਕੇ ਤੇ ਮੁਸਕਰਾ ਕੇ। ਗਰੀਬ ਨਵਾਜ ਪਾਤਸ਼ਾਹ ਜੀ ਸਾਥ ਮੁਲਾ ਨੇ ਬੋਲੇ ਬਾਨੀ। ਮੁਲਾਣੇ ਨੂੰ ਕਹਿਣ ਲੱਗੇ ਗਰੀਬ ਨਵਾਜ, ਜੇ ਤੁਝ ਮੇਂ ਹੈ ਜੋਰ ਬਿਸਾਲਾ। ਮਹਾਰਾਜ ਜੀ ਕਹਿੰਦੇ ਚੰਗਾ ਮੁੱਲਾ ਜੀ, ਬੜਾ ਜ਼ੋਰ ਹੈ ਤੁਹਾਡੇ ਵਿੱਚ ਕਿ ਸਾਡੀ ਬਾਹ ਫੜ ਕੇ ਵੀ ਸਾਨੂੰ ਉਠਾ ਕੇ ਧੱਕੇ ਨਾਲ ਭੇਜਣਾ ਚਾਹੁੰਦੇ ਹੋ। ਇਹਦਾ ਮਤਲਬ ਵੀ ਤੁਹਾਡੇ 'ਚ ਜ਼ੋਰ ਹੈ ਤਾਂ ਹੀ ਉਠਾ ਸਕਦੇ ਹੋ ਨਾ। ਪਾਤਸ਼ਾਹ ਹੱਸਦਿਆਂ ਜੀ ਮੁਸਕਰਾਉਂਦਿਆਂ ਹੋਇਆਂ ਕਹਿਣ ਲੱਗੇ, ਮੁੱਲਾ ਜੇ ਤੇਰੇ ਵਿੱਚ ਇਤਨਾ ਜ਼ੋਰ ਹੈ ਥਿਰ ਮਸੀਤ ਰਾਖੋ ਇਸ ਕਾਲਾ। ਤੇ ਏਦਾਂ ਕਰ, ਜਿਹੜੀ ਇਹ ਤੇਰੀ ਮਸੀਤ ਹੈ ਇਹਨੂੰ ਟਿਕਾ ਕੇ ਰੱਖੀ, ਇਹਨੂੰ ਥਿਰ ਕਰਕੇ ਰੱਖੀ, ਕਿਉਂਕਿ ਹੁਣ ਇਹ ਚੱਲੀ ਹੈ ਤੇ ਇਹਨੂੰ ਰੋਕ ਕੇ ਰੱਖੀ ਜੇ ਤੇਰੇ 'ਚ ਤਾਣ ਹੈ। ਜੇ ਥਿਰ ਰਹੀ ਨਾ ਤਾਂ ਤੂੰ ਕੂਰਾ। ਤੇ ਜੇ ਤੇਰੀ ਇਹ ਮਸੀਤ ਥਿਰ ਨਾ ਰਹਿ ਸਕੀ, ਟਿਕ ਕੇ ਨਾ ਰਹਿ ਸਕੀ, ਤੇ ਫਿਰ ਤੂੰ ਝੂਠਾ ਹੈ, ਤੇਰੇ 'ਚ ਕੋਈ ਬਲ ਨਹੀਂ। ਜੇ ਤੇਰੇ 'ਚ ਜ਼ੋਰ ਹੈ ਤਾਂ ਫਿਰ ਇਹਨੂੰ ਰੋਕੀ, ਜੇ ਨਾ ਰੋਕ ਸਕਿਆ ਤੇ ਇਹਦਾ ਮਤਲਬ ਤੇਰੇ 'ਚ ਝੂਠਾ ਜ਼ੋਰ ਹੈ, ਤੂੰ ਝੂਠ ਬੋਲਦਾ ਹੈ। ਬੋਲਤ ਹੈ ਜੈਸੀ ਕਟਿਊਰਾ। ਤੇ ਇਉਂ ਬੋਲਦਾ ਪਿਆ ਜਿਵੇਂ ਕੋਈ ਖਾਲੀ ਘੜਾ ਬੋਲਦਾ ਹੋਵੇ, ਇਉਂ ਤੂੰ ਗੱਲਾਂ ਕਰਦਾ ਆਪਣੇ ਜ਼ੋਰ ਦੀਆਂ ਜਣਾਉਣ ਦੀਆਂ। ਮੁੱਲਾ ਕਏ ਸਥਿਰ ਕਿਤ ਜਾਵਤ। ਮੁੱਲਾ ਬੜਾ ਹੈਰਾਨ ਜਿਹਾ ਹੋਇਆ, ਕਹਿੰਦਾ ਜੀ ਮਸੀਤ ਕਿੱਥੇ ਚੱਲੀ? ਉਹ ਤਾਂ ਇੱਥੇ ਹੀ ਖੜੀ ਹੈ। ਜਾਣ ਨੂੰ ਤਾਂ ਮੈਂ ਤੁਹਾਨੂੰ ਕਿਹਾ, ਮਸੀਤ ਨੇ ਕਿੱਥੇ ਜਾਣਾ? ਇਹ ਤਾਂ ਇੱਥੇ ਹੀ ਖੜੀ ਹੈ, ਇਹਨੇ ਕਿੱਥੇ ਟੁਰ ਜਾਣਾ? ਇਸ ਪ੍ਰਕਾਰ ਕਹਿ ਮੁਝੇ ਡਰਾਵਤ। ਤੁਸੀਂ ਏਦਾਂ ਦੀਆਂ ਗੱਲਾਂ ਕਰਕੇ ਮੈਨੂੰ ਡਰਾਵਾ ਦਿੰਦੇ ਹੋ, ਮੈਨੂੰ ਡਰਾ ਰਹੇ ਹੋ। ਮੈਂ ਏਦਾਂ ਡਰਨ ਵਾਲਿਆਂ ਚੋਂ ਨਹੀਂ। ਉਠਤ ਨਹੀਂ ਤੁਮ
ਬਿਨ ਸੱਚ ਦੇਖੇ। ਲੱਗਦਾ ਹੈ ਤੁਸੀਂ ਬਿਨਾਂ ਸੱਚ ਵੇਖਿਆ ਉੱਠਣਾ ਨਹੀਂ। ਮੈਂ ਤੁਹਾਨੂੰ ਪਿਆਰ ਨਾਲ ਕਹਿ ਹਟਿਆ ਤੇ ਤੁਸੀਂ ਹਾਲੇ ਸੱਚ ਵੇਖਣਾ ਚਾਹੁੰਦੇ ਹੋ, ਨਹੀਂ ਉੱਠਣਾ ਚਾਹੁੰਦੇ ਤੇ ਫਿਰ ਮੈਂ ਤੁਹਾਨੂੰ ਆਪਣਾ ਜ਼ੋਰ ਵਿਖਾਵਾਂਗਾ। ਕਹਿ ਅਸ ਕੀਨੋ ਕ੍ਰੋਧ ਵਿਸ਼ੇਖੇ। ਏਦਾਂ ਕਹਿ ਕੇ ਮੁੱਲਾ ਬੜੇ ਗੁੱਸੇ ਵਿੱਚ ਆਇਆ, ਬੜੇ ਕ੍ਰੋਧ ਵਿੱਚ ਅੱਗ ਭੰਬੂਲਾ ਹੋਇਆ। ਤੈ ਕੋ ਗੰਜਨ ਕ੍ਰੋਧ ਬਿਸਾਲਾ। ਤੇ ਮਹਾਰਾਜ ਜੀ ਵੱਲ ਕਰੂਰ ਦ੍ਰਿਸ਼ਟੀ ਨਾਲ ਵੇਖਦਾ ਹੈ। ਮਹਾਰਾਜ ਜੀ ਵੱਲ ਵੱਧਦਾ ਕ੍ਰੋਧ ਵਿੱਚ ਆ ਕੇ ਗਰੀਬ ਨਵਾਜ ਪਾਤਸ਼ਾਹ ਇਸ ਮੁੱਲਾਂ ਦੇ ਮਨ ਦਾ ਹੰਕਾਰ ਔਰ ਇਹਦੇ ਕ੍ਰੋਧ ਨੂੰ ਸ਼ਾਂਤ ਕਰਨ ਵਾਸਤੇ ਚੜੇ ਮਸੀਤੇ ਪਰ ਤਤਕਾਲਾ। ਮਹਾਰਾਜ ਜੀ ਉੱਠ ਖਲੋਤੇ ਤੇ ਮਸੀਤ ਦੇ ਉੱਤੇ ਜਾ ਚੜੇ। ਲਾਗੇ ਪੌੜੀਆਂ ਸਨ, ਉਹਦੇ ਰਾਹੀ ਮਹਾਰਾਜ ਜੀ ਮਸੀਤ ਦੀਆਂ ਕੰਧਾਂ ਜਿਹੜੀਆਂ ਸਨ, ਉੱਪਰਲੀ ਛੱਤ, ਉਹਦੇ ਤੇ ਜਾ ਚੜੇ। ਹੋਏ ਅਰੂਡੰ ਜਬੇ ਚਲਾਈ। ਛੱਤ ਤੇ ਜਦੋਂ ਮਸੀਤ ਤੇ ਜਾ ਕੇ ਸਵਾਰ ਹੋ ਗਏ ਤਾਂ ਮਹਾਰਾਜ ਜੀ ਕਹਿੰਦੇ ਚੱਲ ਬਈ ਚੱਲੀਏ। ਤੋ ਪਾਤਸ਼ਾਹ ਕਹਿਣ ਤੇ ਅਚਲ ਵੀ ਚੱਲ ਪੈਂਦਾ ਹੈ। ਪਾਤਸ਼ਾਹ ਕਹਿਣ ਤੇ ਚੱਲਣ ਵਾਲੀਆਂ ਚੀਜ਼ਾਂ ਅਚਲ ਹੋ ਸਕਦੀਆਂ ਤੇ ਜਿਹੜੀਆਂ ਅਚਲ ਨੇ ਉਹ ਚਲਾਏਬਾਨ ਹੋ ਸਕਦੀਆਂ। ਮਸੀਤ ਦੀ ਛੱਤ ਤੇ ਚੜ੍ਹ ਕੇ ਜਿਵੇਂ ਕਿਸੇ ਘੋੜੇ ਤੇ ਸਵਾਰ ਹੋਈਦਾ ਹੈ, ਇਉਂ ਸਵਾਰ ਹੋ ਕੇ ਮਹਾਰਾਜ ਜੀ ਕਹਿੰਦੇ ਆ ਚੱਲ। ਇਹ ਬਚਨ ਜਦੋਂ ਕਿਹਾ ਠਿਠਕਿਓ ਮੁੱਲਾ ਰਿਦੇ ਡਰਾਈ। ਖਾਲਸਾ ਜੀ ਮਸੀਤ ਟੁਰ ਪਈ, ਮਸੀਤ ਚੱਲਣ ਲੱਗ ਪਈ। ਜਿਹੜਾ ਉਹ ਮੁੱਲਾ ਸੀ ਵੇਖ ਕੇ ਠਟਕ ਗਿਆ, ਇੱਕਦਮ ਦੰਗ ਹੋ ਗਿਆ, ਹੈਰਾਨ ਹੋ ਗਿਆ ਵੀ ਇਹ ਕੀ ਹੋ ਰਿਹਾ ਹੈ। ਚਕਰਿਤ ਪਏ ਦੇਖ ਨਰ ਸਾਰੇ। ਨੇੜੇ ਤੇੜੇ ਦੇ ਜਿਹੜੇ ਲੋਕ ਸਨ ਵੇਖ ਕੇ ਚਕਰਤ ਹੋ ਰਹੇ ਨੇ, ਹੈਰਾਨ ਹੋ ਰਹੇ ਨੇ। ਫਿਰਤ ਮਸੀਤੰਗ ਧਾਏ ਨਿਹਾਰੇ। ਉਹ ਵੇਖਦੇ ਵੀ ਮਸੀਤ ਦੌੜੀ ਫਿਰਦੀ ਹੈ, ਮਸੀਤ ਚੱਲੀ ਫਿਰਦੀ ਹੈ, ਘੁੰਮੀ ਜਾਂਦੀ ਹੈ। ਕਾਬਲ ਕੇ ਚੋਂ ਫੇਰ ਫਿਰਾਈ। ਮਹਾਰਾਜ ਜੀ ਨੇ ਮਸੀਤ ਦੀ ਪਰਿਕਰਮਾ ਕਰਾ ਦਿੱਤੀ, ਕਾਬਲ ਨਗਰ ਦੇ ਚਾਰੇ ਪਾਸੇ ਫਿਰਨੀ ਬਣਾ ਦਿੱਤੀ ਔਰ ਮਸੀਤ ਨੂੰ ਨਾਲ ਲੈ ਕੇ ਪਾਤਸ਼ਾਹ ਸਾਰੇ ਕਾਬਲ ਸ਼ਹਿਰ ਦੇ ਚਾਰੇ ਪਾਸੇ ਪਰਿਕਰਮਾ ਕਰਦੇ ਆ ਰਹੇ ਨੇ। ਸੁਨ ਕਾਜੀ ਟਿਗ ਆਇਓ ਧਾਈ। ਜਿਹੜਾ ਕਾਜੀ ਸੀ ਜਦੋਂ ਉਹਨੇ ਸੁਣਿਆ ਭੱਜ ਕੇ ਆਇਆ। ਪੀਰ ਔਲੀਆ ਕਿਦੋਂ ਖੁਦਾਏ। ਲੋਕ ਗੱਲਾਂ ਕਰਦੇ ਕੋਈ ਪੀਰ ਹੈ, ਕੋਈ ਔਲੀਆ ਹੈ, ਜਾਂ ਆਪ ਖੁਦਾ ਆ ਗਿਆ ਇੱਥੇ, ਜਿਸ ਦੇ ਚਰਨਾਂ ਨਾਲ ਮਸੀਤ ਚੱਲੀ ਫਿਰਦੀ ਹੈ। ਕੌਣ ਹੈ ਇਹ? ਖੁਦਾ ਹੈ, ਔਲੀਆ ਹੈ, ਜਾਂ ਕੋਈ ਪੀਰ ਹੈ? ਬੰਦੇ ਹਾਥ ਚਰਨ ਲਪਟਾਏ। ਸਭ ਆ ਗਏ ਮਹਾਰਾਜ ਜੀ ਦੇ ਚਰਨਾਂ ਦੀ ਸ਼ਰਨ ਵਿੱਚ। ਉਹ ਮੁੱਲਾ ਵੀ ਗੁਰੂ ਚਰਨਾਂ ਵਿੱਚ, ਕਾਜੀ ਮੌਲਵੀ ਜਿੰਨੇ ਕਾਬਲ ਦੇ ਵਸਿੰਦੇ ਸਨ, ਸਭ ਮਹਾਰਾਜ ਜੀ ਦੇ ਚਰਨਾਂ ਚ ਆ ਕੇ ਝੁਕ ਕੇ ਨਮਸਕਾਰਾਂ ਕਰਨ ਲੱਗੇ। ਹੋਏ ਦੀਨ ਬੋ ਬਿਨੇ ਉਚਰਈ। ਦੀਨ ਹੋ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਹਨ। ਲੱਖ ਅਜ਼ਮਤ ਉਰ ਸ਼ਰਦਾ ਧਰਈ। ਸਤਿਗੁਰਾਂ ਦੀ ਜ਼ਾਹਰ ਕਲਾ ਪ੍ਰਤੱਖ ਕਲਾ ਵੇਖ ਕੇ ਮਨ ਵਿੱਚ ਸਾਹਿਬ ਜੀ ਦੇ ਸ਼ਰਧਾ ਭਾਵਨਾ ਧਾਰਨ ਕਰਦੇ ਹਨ। ਅਬ ਮਸੀਤ ਕੋ ਚਲਤ ਟਿਕਾਵੋ। ਮਹਾਰਾਜ ਜੀ ਕਿਰਪਾ ਕਰੋ, ਹੁਣ ਇਸ ਚਲਦੀ ਮਸੀਤ ਨੂੰ ਟਿਕਾ ਦਿਓ, ਇਹਨੂੰ ਹੁਣ ਥੰਮ ਦਿਓ ਮਹਾਰਾਜ ਸੱਚੇ ਪਾਤਸ਼ਾਹ। ਹਿਤ ਖੁਦਾਏ ਨਿਜ ਦਰਸ ਦਿਖਾਵੋ। ਦੂਰੋਂ ਆਵਾਜ਼ਾਂ ਮਾਰਦੇ ਕਹਿੰਦੇ ਖੁਦਾ ਦੇ ਵਾਸਤੇ ਸਾਨੂੰ ਆਪਣਾ ਦਰਸ਼ਨ ਦਿਓ ਮਹਾਰਾਜ, ਖੁਦਾ ਦੇ ਵਾਸਤੇ ਆਪਣੇ ਦੀਦਾਰ ਬਖਸ਼ੋ। ਗੁਰ ਮਸੀਤ ਤਿਸ਼ਟਾਈ ਜਬਈ। ਪਾਤਸ਼ਾਹ ਨੇ ਚਲਦੀ ਹੋਈ ਮਸੀਤ ਨੂੰ ਥੰਮ ਦਿੱਤਾ, ਰੋਕ ਦਿੱਤਾ। ਨਗਰ ਲੋਕੇ ਆਵਤ ਭੇ ਤਬਈ। ਸਾਰੇ ਨਗਰ ਨਿਵਾਸੀ ਮਹਾਰਾਜ ਜੀ ਦੇ ਪਾਸ ਚੱਲ ਕੇ ਆਉਣ ਲੱਗੇ। ਧਰੇ ਉਪਾਇਨ ਬੰਧਨ ਕਰਈ। ਮਹਾਰਾਜ ਜੀ ਦੇ ਚਰਨਾਂ ਵਿੱਚ ਲਿਆ ਕੇ ਭੇਟਾਵਾਂ ਅਰਪਣ ਕਰਦੇ ਹਨ। ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕਰਦੇ ਹਨ। ਧੰਨ ਧੰਨ ਪੁਨ ਧਾਨੇ ਉਚਰਈ। ਨਾਲੇ ਕਹਿੰਦੇ ਸਤਿਗੁਰੂ ਜੀ ਤੁਸੀਂ ਧੰਨ ਹੋ, ਧੰਨ ਹੋ। ਸਭ ਕਹਿੰਦੇ ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ।
ਮਹਾਰਾਜ ਜੀ ਧੰਨ ਹੋ ਤੁਸੀਂ, ਧੰਨ ਹੋ ਗਰੀਬ ਨਵਾਜ ਜੀ। ਓ ਘੜੇ ਆਪਣੋ ਨਾਮ ਕਹਾਇਓ। ਔਗੜ ਨਾਮ ਮਹਾਰਾਜ ਜੀ ਦਾ ਪ੍ਰਗਟ ਹੋਇਆ ਸੰਸਾਰ ਦੇ ਵਿੱਚ। ਨਾਮ ਦਾਨ ਇਸ਼ਨਾਨ ਦ੍ਰਿੜਾਇਓ। ਕਾਬਲ ਵਾਸੀਆਂ ਨੂੰ ਸਤਿਗੁਰਾਂ ਨੇ ਨਾਮਦਾਨ ਇਸ਼ਨਾਨ ਦ੍ਰਿੜ ਕਰਵਾਇਆ ਹੈ। ਚਰਨ ਕਮਲ ਗੁਰ ਕੋ ਜੋ ਬਾਮੂ। ਸਤਿਗੁਰਾਂ ਦਾ ਕਿਉਂਕਿ ਕਾਬਲ 'ਚ ਮੁਸਲਮਾਨ ਵੀ ਰਹਿੰਦੇ ਸੀ, ਕਾਬਲ 'ਚ ਹਿੰਦੂ ਵੀ ਰਹਿੰਦੇ ਸੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਖੱਬਾ ਚਰਨ ਕਮਲ ਹੈ, ਜੈ ਤੁਰਕ ਪੂਜੇ ਤੁਰਕ ਕਰੇ ਪ੍ਰਣਾਮੋ। ਮਹਾਰਾਜ ਜੀ ਦੇ ਖੱਬੇ ਚਰਨ ਤੇ ਆ ਕੇ ਮੁਸਲਮਾਨਾਂ ਨੇ ਲੈਣ ਲਾਈ, ਉਹ ਮੱਥਾ ਟੇਕਦੇ ਨਮਸਕਾਰਾਂ ਕਰਦੇ ਨੇ। ਤੈਨੋ ਚਰਨ ਕਮਲ ਤੇ ਕਾਲਾ। ਔਰ ਸਤਿਗੁਰਾਂ ਦਾ ਜਿਹੜਾ ਸੱਜਾ ਚਰਨ ਕਮਲ ਹੈ ਉਸ ਵਕਤ ਪੂਜੇ ਹਿੰਦੂ ਭਾਉ ਵਿਸਾਲਾ। ਉਧਰ ਹਿੰਦੂਆਂ ਦੀ ਲੈਣ ਲੱਗੀ ਤੇ ਉਹ ਮਹਾਰਾਜ ਜੀ ਦੇ ਚਰਨਾਂ ਤੇ ਝੁਕਦੇ ਐ ਤੇ ਮੇਰੇ ਸਾਹਿਬ ਪ੍ਰਤੱਖ ਰੂਪ ਦੇ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੇ ਸਾਂਝੇ ਰਹਿਬਰ ਬਣ ਕੇ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕਰ ਰਹੇ ਹਨ। ਸਭ ਇਨ ਕੋ ਦੀਨੋ ਉਪਦੇਸ਼ਾ। ਪਾਤਸ਼ਾਹ ਦੇ ਪ੍ਰਕਾਸ਼ ਸਮੇਂ ਜੋ ਪੰਡਤ ਹਰਦਿਆਲ ਜੀ ਨੇ ਕਿਹਾ ਸੀ ਪਿਤਾ ਜੀ ਨੂੰ ਕਿ ਇਹਨਾਂ ਦਾ ਨਾਮ ਜੋ ਮੈਂ ਨਾਨਕ ਰੱਖਿਆ ਹੈ, ਉਹਦਾ ਕਾਰਨ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਤੇ ਪੈਗੰਬਰਾਂ ਨੂੰ ਕੇਵਲ ਮੁਸਲਮਾਨ ਪੂਜਦੇ ਸਤਿਕਾਰਦੇ ਨੇ। ਕ੍ਰਿਸ਼ਨ ਜੀ ਭਗਵਾਨ, ਰਾਮ ਚੰਦਰ ਜੀ ਭਗਵਾਨ, ਉਹਨਾਂ ਨੂੰ ਕੇਵਲ ਤਾਂ ਕੇਵਲ ਹਿੰਦੂ ਲੋਕ ਪੂਜਦੇ ਨੇ। ਪਟਵਾਰੀ ਸਾਹਿਬ, ਜਿਹੜੇ ਗੁਰੂ ਨਾਨਕ ਸਾਹਿਬ ਤੁਹਾਡੇ ਘਰ ਪ੍ਰਕਾਸ਼ ਧਾਰਨ ਕਰਕੇ ਆਏ ਨੇ, ਇਹਨਾਂ ਨੂੰ ਹਿੰਦੂ ਵੀ ਪੂਜਣਗੇ, ਮੁਸਲਮਾਨ ਵੀ ਸਜਦਾ ਕਰਕੇ ਨਮਸਕਾਰਾਂ ਕਰਨਗੇ। ਸਤਿ ਸ੍ਰੀ ਅਕਾਲ। ਉਸ ਵਕਤ ਜਿਹੜੇ ਬਚਨ ਮਹਾਰਾਜ ਜੀ ਦੇ ਬਾਬਤ ਕਹੇ ਸਨ ਅੱਜ ਪ੍ਰਤੱਖ ਰੂਪ 'ਚ ਦਰਸ਼ਨ ਹੋ ਰਹੇ ਨੇ। ਇੱਕ ਪਾਸੇ ਮੁਸਲਮਾਨ ਮਹਾਰਾਜ ਜੀ ਨੂੰ ਨਮਸਕਾਰਾਂ ਕਰ ਰਹੇ ਨੇ, ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ 'ਚ ਹਿੰਦੂ ਲੋਕ ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਪ੍ਰਣਾਮ ਤੇ ਨਮਸਕਾਰਾਂ ਕਰ ਰਹੇ ਹਨ। ਸਭ ਇਨ ਕੋ ਦੀਨੋ ਉਪਦੇਸ਼ਾ। ਸਤਿਗੁਰੂ ਜੀ ਨੇ ਸਾਰਿਆਂ ਨੂੰ ਸਰਬ ਸਾਂਝਾ ਉਪਦੇਸ਼ ਦਿੱਤਾ ਹੈ, ਮੁਸਲਮਾਨਾਂ ਨੂੰ ਵੀ ਔਰ ਹਿੰਦੂਆਂ ਨੂੰ ਵੀ ਇੱਕੋ ਸਾਂਝਾ ਉਪਦੇਸ਼ ਦਿੱਤਾ ਕਿ ਪਰਮੇਸ਼ਰ ਦਾ ਭਜਨ ਕਰਿਆ ਕਰੋ, ਨਾਮ ਜਪਿਆ ਕਰੋ। ਇਹ ਉਪਦੇਸ਼ ਮਹਾਰਾਜ ਜੀ ਨੇ ਬਖਸ਼ਿਆ ਹੈ। ਭਜੋ ਨਾਮ ਤਜ ਜਗਤ ਕਲੇਸ਼ਾ। ਆਖਿਆ ਨਾਮ ਦਾ ਭਜਨ ਕਰਿਆ ਕਰੋ, ਜਗਤ ਦੇ ਕਲੇਸ਼ ਤਿਆਗ ਕੇ ਨਿਰੰਕਾਰ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਿਆ ਕਰੋ। ਅੰਤ ਕਾਲ ਮੈਂ ਹੋਏ ਸਹਾਈ। ਅੰਤ ਕਾਲ ਵਿੱਚ ਅਗਰ ਤੁਹਾਡਾ ਕੋਈ ਸਹਾਈ ਹੋਵੇਗਾ ਤਾਂ ਕੇਵਲ ਇੱਕ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੀ ਤੁਹਾਡਾ ਮਦਦਗਾਰ ਹੋਵੇਗਾ। ਮਤ ਤੁਹਾਡੇ ਮਨ 'ਚ ਭਰਮ ਹੋਵੇ ਕਿ ਸਾਡਾ ਕੋਈ ਹੋਰ ਕਰਮ ਕਾਂਡ ਸਾਡੇ ਨਾਲ ਨਿਭਣਾ ਹੈ। ਮਹਾਰਾਜ ਜੀ ਕਹਿੰਦੇ ਅੰਤ ਕਾਲ ਜਿੱਥੇ ਔਖਦ ਗਲੀਆਂ ਭੀੜੀਆਂ ਹਨ, ਉੱਥੇ ਕੇਵਲ ਤਾਂ ਕੇਵਲ ਇੱਕ ਰੱਬ ਦੇ ਖੁਦਾ ਦੇ ਪਰਮੇਸ਼ਰ ਦੇ ਨਾਮ ਨੇ ਹੀ ਤੁਹਾਨੂੰ ਛਡਾਉਣਾ ਹੈ, ਤੁਹਾਡੀ ਬੰਦ ਖਲਾਸੀ ਕਰਨੀ ਹੈ। ਕਰੇ ਜੇ ਕਲ ਮਲ ਦੇਹ ਮਿਟਾਈ। ਜਿਹੜੇ ਪਾਪ ਕਰਮ ਤੁਹਾਡੇ ਕੋਲੋਂ ਹੋਏ ਨੇ, ਪਹਿਲਾਂ ਪਰਮੇਸ਼ਰ ਦਾ ਭਜਨ ਕਰੋਗੇ ਤਾਂ ਤੁਹਾਡੇ ਕੀਤੇ ਹੋਏ ਕਲ ਮਲ ਦਗਧ ਹੋ ਜਾਣਗੇ, ਕੀਤੇ ਹੋਏ ਪਾਪ ਕਰਮ ਕੱਟੇ ਜਾਣਗੇ। ਕੀਜੇ ਸੰਤ ਸੇਵ ਮਨ ਲਾਈ। ਔਰ ਮਹਾਪੁਰਸ਼ਾਂ, ਸੰਤ ਜਨਾਂ, ਸਾਧੂਆਂ ਦੀ ਸੇਵਾ ਮਨ ਲਾ ਕੇ ਕਰਿਆ ਕਰੋ। ਜਦੋਂ ਕੋਈ ਨਗਰ ਚ ਆਵੇ ਇਹ ਨਾ ਵੇਖਿਆ ਕਰੋ ਵੀ ਹਿੰਦੂ ਹੈ ਮੁਸਲਮਾਨ ਹੈ। ਮਹਾਰਾਜ ਜੀ ਕਹਿੰਦੇ ਕੋਈ ਸਾਧੂ ਆਵੇ, ਕੋਈ ਮਹਾਤਮਾ ਤੁਹਾਡੇ ਨਗਰ ਵਿੱਚ ਆਵੇ, ਉਹਦੀ ਸੇਵਾ ਮਨ ਲਾ ਕੇ ਕਰਨੀ ਹੈ, ਪਿਆਰ ਸਹਿਤ ਉਹਦੀ ਸੇਵਾ ਕਰਨੀ ਹੈ। ਤਿਨ ਕੇ ਬਚਨ ਸੁਨਤ ਸੁਖ ਪਾਈ। ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨ ਸੁਣ ਕੇ ਇਹਨਾਂ ਸਾਰਿਆਂ ਦੇ ਬਲਦੇ ਸੜਦੇ ਤਪਦੇ ਹਿਰਦੇ ਸ਼ਾਂਤ ਹੋਏ ਹਨ। ਮਹਾਰਾਜ ਜੀ ਦੇ ਬਚਨ ਸੁਣ ਕੇ ਸਭ ਦੇ ਹਿਰਦਿਆਂ 'ਚ ਠੰਡ ਵਰਤੀ ਹੈ। ਖਾਲਸਾ ਜੀ ਇਹੋ ਜੀ ਸਾਂਝੀ ਵਾਲਤਾ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਇਲਾਵਾ ਸ਼ਾਇਦ ਹੀ ਕਿਤੇ ਪ੍ਰਾਪਤ ਹੋਵੇ ਕਿ ਪਾਤਸ਼ਾਹ ਨੇ ਹਿੰਦੂਆਂ ਮੁਸਲਮਾਨਾਂ ਨੂੰ ਇਕੱਠਿਆਂ ਆਪਣੇ ਚਰਨਾਂ ਵਿੱਚ ਥਾਂ ਦੇ ਕੇ ਦੋਨਾਂ ਨੂੰ ਆਪਣੀ ਗੱਲ ਵਕੜੀ 'ਚ ਲੈ ਕੇ ਆਪਣੇ ਕਲਾਵੇਂ ਨੂੰ ਵੱਡਾ ਕੀਤਾ ਹੈ। ਐਸੀ ਭਾਈਚਾਰਕ ਸਾਂਝ ਜੋ ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪਾਈ ਹੈ, ਸ਼ਾਇਦ ਹੀ ਕਿਤੇ ਵੇਖਣ ਨੂੰ ਐਸੀ ਮਿਸਾਲ ਪ੍ਰਾਪਤ ਹੋਵੇ।
ਇਸ ਕਰਕੇ ਗੁਰਦੇਵ ਦੀ ਉਪਮਾ ਕੇਵਲ ਗੁਰਦੇਵ ਨੂੰ ਹੀ ਬਣ ਆਉਂਦੀ ਹੈ। ਕੋਈ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਦੂਸਰਾ ਸਾਨੀ ਨਹੀਂ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਭ ਨੂੰ ਇਹ ਭਗਤੀ ਭਾਵਨਾ ਦਾ ਉਪਦੇਸ਼ ਦ੍ਰਿੜ ਕਰਵਾਇਆ ਹੈ। ਹਿਰਦੇ ਵਿਚਾਰ ਕਮਾਵੇ ਸੋ। ਪਾਤਸ਼ਾਹ ਜੀ ਮਹਾਰਾਜ ਜੀ ਨੇ ਫਰਮਾਇਆ ਹੈ ਕਿ ਭਾਈ ਜਿਹੜੇ ਅਸੀਂ ਬਚਨ ਕਹੇ ਨੇ ਇਹਨਾਂ ਨੂੰ ਆਪਣੇ ਹਿਰਦੇ 'ਚ ਵਿਚਾਰ ਕੇ ਫਿਰ ਇਹਨਾਂ ਨੂੰ ਕਮਾਉਣਾ ਵੀ ਹੈ। ਕਮਾਈ ਵੀ ਕਰਨੀ, ਕੱਲੀ ਵਿਚਾਰ ਹੀ ਨਹੀਂ ਕਰ ਛੱਡਣੀ, ਵਿਚਾਰ ਤੋਂ ਬਾਅਦ ਕੁਝ ਕਰਨਾ ਵੀ ਹੈ, ਕਮਾਈ ਵੀ ਕਰਨੀ ਹੈ। ਇੱਕ ਸੱਜਣ ਦੇ ਘਰ ਕਿਤੇ ਚੋਰੀ ਹੋਣ ਲੱਗੀ, ਰਾਤ ਦਾ ਵੇਲਾ, ਖੜਾਕ ਦੀ ਆਵਾਜ਼ ਆਈ। ਘਰ ਵਾਲੀ ਕਹਿਣ ਲੱਗੀ, ਪਤੀ ਦੇਵ ਜੀ ਕਿਤੇ ਆਵਾਜ਼ ਆਉਂਦੀ ਕੋਈ ਚੋਰ ਹੈ। ਕਹਿੰਦਾ ਭਗਵਾਨ ਨੇ ਤੂੰ ਕੀ ਸਮਝਦੀ ਆ, ਮੈਂ ਸੁੱਤਾ ਹਾਂ, ਮੈਨੂੰ ਵੀ ਪਤਾ ਚੋਰ ਆ, ਮੈਂ ਵਿਚਾਰ ਕਰ ਰਿਹਾ। ਥੋੜੇ ਜਿਹੇ ਸਮੇਂ ਬਾਅਦ ਫਿਰ ਬੋਲੀ ਵੀ ਤੁਸੀਂ ਉੱਠਦੇ ਨਹੀਂ, ਵੇਖੋ ਚੋਰ ਪਤਾ ਨਹੀਂ ਕੀ ਚੋਰੀ ਕਰੀ ਜਾਂਦਾ। ਕਹਿੰਦਾ ਮੈਂ ਵੀ ਚੰਗੀ ਤਰ੍ਹਾਂ ਜਾਣਦਾ, ਮੈਂ ਵਿਚਾਰ ਕਰਦਾ, ਸੋਚਦਾ ਵੀ ਚੋਰੀ ਕੀ ਕਰ ਰਿਹਾ ਹੋਣਾ। ਅਖੀਰ ਨੂੰ ਚੋਰ ਜਿਹੜੀ ਚੋਰੀ ਕਰਨੀ ਸੀ ਚੁੱਕ ਕੇ ਰਾਜ ਸਾਜ ਲੈ ਕੇ ਉੱਥੋਂ ਟੁਰਦਾ ਜਾ ਰਿਹਾ ਸੀ। ਕੰਧ ਟੱਪ ਕੇ ਜਾਣ ਲੱਗਾ ਤੇ ਘਰ ਵਾਲੀ ਕਹਿੰਦੀ ਹੈ ਵੀ ਵੇਖ ਲਓ ਹੁਣ ਤਾਂ ਉਹ ਜਾਣ ਲੱਗਾ ਹੈ। ਕਹਿੰਦਾ ਮੈਂ ਵਿਚਾਰ ਕਰ ਰਿਹਾ ਵੀ ਉਹਨੇ ਜਾਣਾ ਕਿਹੜੇ ਪਾਸੇ ਹੈ। ਉਹ ਕਹਿਣ ਲੱਗੀ ਤੇਰੀ ਵਿਚਾਰ ਨੂੰ ਕਿੰਨਾ ਕੁ ਸਮਾਂ ਲੱਗਣਾ, ਇੰਨੇ ਨੂੰ ਉਹਨੇ ਚਲਿਆ ਜਾਣਾ। ਕਹਿੰਦਾ ਮੈਂ ਵਿਚਾਰਦਾ ਹਾਂ ਵੀ ਕਿਹੜੀ ਦਿਸ਼ਾ ਨੂੰ ਜਾਏਗਾ, ਕਿਹੜੇ ਪਾਸੇ ਨੂੰ ਨਿਕਲੇਗਾ, ਕਿੱਥੋਂ ਆਇਆ ਹੋਣਾ। ਅਕਸਰ ਬਹੁਤੇ ਲੋਕ ਕੇਵਲ ਵਿਚਾਰਾਂ ਹੀ ਕਰਦੇ ਰਹਿ ਜਾਂਦੇ ਆ ਤੇ ਚੋਰੀਆਂ ਹੋ ਜਾਂਦੀਆਂ ਨੇ, ਭਾਵ ਸਭ ਕੁਝ ਲੁੱਟਿਆ ਖੋਇਆ ਜਾਂਦਾ ਤੇ ਕਹਿੰਦੇ ਜੀ ਅਸੀਂ ਵਿਚਾਰ ਹੀ ਕਰ ਰਹੇ ਹਾਂ। ਪਾਤਸ਼ਾਹ ਕਹਿੰਦੇ ਆ ਵਿਚਾਰ ਨਾਲ ਕਰਨਾ ਵੀ, ਕਮਾਈ ਵੀ ਕਰਨੀ ਹੈ। ਕੱਲਾ ਵਿਚਾਰ ਕਰਕੇ ਵਿਚਾਰ ਤੇ ਥੋੜੀ ਸੀਮਤ ਹੋ ਜਾਣਾ ਹੈ। ਵਿਚਾਰ ਤੋਂ ਬਾਅਦ ਫਿਰ ਅੱਗੇ ਉਹਦੇ ਉੱਤੇ ਚੱਲਣਾ ਵੀ ਆ, ਉਹਦੀ ਕਮਾਈ ਵੀ ਕਰਨੀ ਹੈ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ। ਸੁਣਨ ਦੀਆਂ ਪੌੜੀਆਂ ਨੇ, ਫਿਰ ਮੰਨਣ ਦੀਆਂ ਨੇ, ਫਿਰ ਕਮਾਉਣ ਦੀਆਂ ਨੇ। ਮਹਾਰਾਜ ਜੀ ਨੇ ਉਚਾਰਨ ਕੀਤੀਆਂ ਹੋਈਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜੋ ਸੁਣ ਕੇ ਵਿਚਾਰ ਰਹੇ ਹੋ ਫਿਰ ਇਹਨੂੰ ਕਮਾਉਣਾ ਵੀ ਆ। ਇਹਦਾ ਵਿਚਾਰ ਕਮਾਵੋ ਸੋਊ, ਆਪਣੇ ਹਿਰਦੇ 'ਚ ਇਹਨੂੰ ਵਿਚਾਰ ਕੇ ਚੰਗੀ ਤਰ੍ਹਾਂ ਕਮਾਈ ਕਰੋ। ਤਬ ਹੋਵੇ ਸੁਖ ਲੋਕੈ ਦੋ। ਜਦੋਂ ਕਮਾਈ ਕਰੋਗੇ ਮਹਾਰਾਜ ਜੀ ਕਹਿੰਦੇ ਫਿਰ ਦੋਹਾਂ ਜਹਾਨਾਂ 'ਚ ਤੁਹਾਨੂੰ ਸੁੱਖ ਪ੍ਰਾਪਤ ਹੋਵੇਗਾ। ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸੁੱਖ ਦੀ ਪ੍ਰਾਪਤੀ ਹੋਵੇਗੀ। ਕਿਤਕ ਦਿਵਸ ਰਹਿ ਕੇ ਜਗਤੇਸ਼ਾ। ਕੁਝ ਦਿਨ ਜਗਤ ਦੇ ਈਸ਼ਵਰ ਸਤਿਗੁਰੂ ਜੀ ਕਾਬਲ ਵਿੱਚ ਰਹੇ। ਮੁਸਲਮਾਨ ਭਾਈਚਾਰੇ ਦੇ ਲੋਕ ਵੀ ਆ ਕੇ ਸਾਹਿਬ ਨੂੰ ਪੂਜਦੇ ਰਹੇ। ਹਿੰਦੂ ਭਾਈਚਾਰੇ ਦੇ ਲੋਕ ਵੀ ਆ ਕੇ ਸਤਿਗੁਰਾਂ ਨੂੰ ਪੂਜਦੇ ਨੇ। ਮਹਾਰਾਜ ਜੀ ਦੇ ਚਰਨਾਂ ਦੀ ਪੌਲ ਲੈ ਕੇ ਸਿੱਖੀ ਧਾਰਨ ਕਰਦੇ ਹਨ। ਨਾਮ ਜਪਨ ਕੋ ਦੇ ਉਪਦੇਸ਼ਾ। ਜਿਹੜਾ ਵੀ ਕੋਈ ਮਾਈ ਭਾਈ ਸਾਹਿਬ ਦੀ ਸ਼ਰਨ ਚ ਆਉਂਦਾ ਹੈ ਸਭ ਨੂੰ ਮਹਾਰਾਜ ਜੀ ਨਾਮ ਜਪਣ ਦਾ ਉਪਦੇਸ਼ ਦਿੰਦੇ ਹਨ, ਨਾਮ ਦੀ ਕਮਾਈ ਕਰਨ ਦਾ ਉਪਦੇਸ਼ ਦਿੰਦੇ ਹਨ। ਵਿਦਾ ਹੋਏ ਤਿੰਨ ਤੇ ਗੁਣ ਖਾਨੀ। ਕੁਝ ਦਿਨ ਕਾਬਲ ਨਗਰ ਵਿੱਚ ਰਹਿ ਕੇ ਗੁਣਾਂ ਦੀ ਖਾਨ ਸਤਿਗੁਰੂ ਜੀ ਹੁਣ ਇੱਥੋਂ ਵਿਦਾ ਹੋਏ ਹਨ। ਆਨ ਥਾਨ ਗਮਨੇ ਸੁਖ ਦਾਨੀ। ਸੁੱਖਾਂ ਦੇ ਦਾਤੇ ਸਤਿਗੁਰੂ ਜੀ ਇੱਥੋਂ ਹੋਰ ਕਿਸੇ ਥਾਂ ਨੂੰ ਰਵਾਨਾ ਹੋਏ। ਕਵ ਸੰਤੋਖ ਸਿੰਘ ਜਾਚੇ ਦਾਨਾ। ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਉਹ ਕਹਿੰਦੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਪ੍ਰਣਾਮ ਕਰਕੇ ਮੈਂ ਉਹਨਾਂ ਦੇ ਚਰਨਾਂ ਚੋਂ ਦਾਨ ਮੰਗਦਾ ਹਾਂ। ਸਤਨਾਮ ਦੇਵੋ ਦੁਖ ਹਾਨਾ। ਕਿ ਹੇ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਕੇ ਮੈਨੂੰ ਆਪਣੇ ਪਵਿੱਤਰ ਅੰਮ੍ਰਿਤ ਨਾਮ ਸਤਨਾਮ ਸ੍ਰੀ ਵਾਹਿਗੁਰੂ ਇਹ ਪਾਵਨ ਨਾਮ ਦਾ ਦਾਨ ਆਪ ਜੀ ਕਿਰਪਾ ਕਰਕੇ ਮੈਨੂੰ ਬਖਸ਼ੋ, ਮੈਨੂੰ ਨਿਵਾਜੋ ਇਸ ਨਾਮ ਦਾ ਦਾਨ ਦੇ ਕੇ। ਦੋਹਰਾ ਸ਼੍ਰੀ ਸਤਿਗੁਰ ਕੇ ਸ਼ਬਦ ਮੈਂ ਰਚੇ ਜੇ ਸਿੱਖ ਸੁਖ ਸੰਗ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਵਿੱਚ ਜਿਹੜੇ ਸਿੱਖ ਰਚ ਗਏ ਨੇ, ਜਿਹੜੇ ਗੁਰ ਸ਼ਬਦ ਦੀ ਕਮਾਈ ਕਰਨ ਵਾਲੇ ਗੁਰ ਸਿੱਖ ਗੁਰ ਸ਼ਬਦ ਦੇ ਅਭਿਆਸੀ ਨੇ, ਜਿਹੜੇ ਸਤਿਗੁਰਾਂ ਦੇ ਸ਼ਬਦ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਹੋ ਕੇ ਸੁਖ ਸਹਿਤ ਸ਼ਬਦ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ। ਤਿੰਨ ਚਰਨਨ ਪਰ ਬੰਦਨਾ
ਕਰੋ ਸਦਾ ਸੋ ਉਮੰਗ। ਉਮੰਗ ਸਹਿਤ ਚਾਅ ਸਹਿਤ ਮੈਂ ਐਸੇ ਗੁਰਸਿੱਖਾਂ ਦੇ ਚਰਨਾਂ ਤੇ ਬੰਦਨਾ ਕਰਦਾ ਤੇ ਨਮਸਕਾਰ ਕਰਕੇ ਗੁਰੂ ਸਾਹਿਬ ਦੀ ਕਥਾ ਸੁਣਾਉਣਾ। ਮਹਾਕਵੀ ਜੀ ਨੇ ਗੁਰਸਿੱਖਾਂ ਦੇ ਚਰਨਾਂ ਦਾ ਮੰਗਲ ਕੀਤਾ ਹੈ। ਕਿਹੜੇ ਗੁਰਸਿੱਖ? ਜਿਹੜੇ ਗੁਰ ਸ਼ਬਦ ਨਾਲ ਰਚੇ ਹੋਏ, ਗੁਰ ਸ਼ਬਦ ਦੇ ਅਭਿਆਸੀ, ਗੁਰ ਸ਼ਬਦ ਨੂੰ ਕਮਾਉਣ ਵਾਲੇ ਨੇ। ਉਹ ਗੁਰ ਸ਼ਬਦ ਦੀ ਕਮਾਈ ਕਰਨ ਵਾਲੇ ਨਾਮ ਰਸੀਏ ਗੁਰਸਿੱਖ, ਮੈਂ ਉਹਨਾਂ ਦੇ ਚਰਨਾਂ ਤੇ ਸਿਰ ਧਰ ਕੇ ਅਦਬ ਨਾਲ ਬੰਦਨਾ ਕਰਕੇ ਨਮਸਕਾਰ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਅੰਮ੍ਰਿਤਮਈ ਕਥਾ ਸੁਣਾਉਂਦਾ ਹਾਂ। ਜੋ ਪਈ ਸ਼੍ਰੀ ਅੰਗਦ ਸੁਨੀਏ ਗੁਣ ਭਵਨੰ। ਇਹ ਕਥਾ ਬ੍ਰਹਮ ਗਿਆਨੀ ਭਾਈ ਬਾਲਾ ਜੀ ਸੁਣਾ ਰਹੇ ਨੇ। ਕਹਿੰਦੇ, ਹੇ ਗੁਰੂ ਅੰਗਦ ਦੇਵ ਸਾਹਿਬ, ਸੁੱਖਾਂ ਦੇ ਭਵਨ ਸਤਿਗੁਰੂ ਜੀ ਸੁਣੋ। ਆਗੇ ਕੀਨ ਗੁਰੂ ਪੁਨ ਗਵਨੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਾਬਲ ਦੇ ਜੀਵਾਂ ਦਾ ਉਧਾਰ ਕਰਕੇ ਇੱਥੋਂ ਅੱਗੇ ਗਮਨ ਕੀਤਾ, ਅੱਗੇ ਨੂੰ ਗਏ ਹਨ। ਜਾਤ ਪੰਥ ਮੈਂ ਖੇਤ ਨਿਹਾਰਾ। ਰਸਤੇ 'ਚ ਜਾਂਦਿਆਂ ਜਾਂਦਿਆਂ ਪਾਤਸ਼ਾਹ ਨੇ ਇੱਕ ਖੇਤ ਵੇਖਿਆ। ਪਾਕੇ ਚਨੇ ਖਰੇ ਇੱਕ ਸਾਰਾ। ਖੇਤ ਵਿੱਚ ਚਣੇ ਪੱਕੇ ਹੋਏ ਖੜੇ ਹਨ। ਇੱਕ ਸਾਰ ਖੇਤ ਹੈ, ਉਹਦੇ 'ਚ ਚਣੇ ਜਿਹੜੇ ਨੇ ਉਹ ਪੱਕੇ ਹੋਏ ਖੜੇ ਨੇ, ਦਾਣੇ ਚੰਗੇ ਮੋਟੇ ਚਣੇ ਪਏ ਹੋਏ ਨੇ। ਬਿਕ ਮਰਦਾਨੇ ਰਿਦਾ ਲੁਬਾਇਆ। ਭਾਈ ਮਰਦਾਨੇ ਨੇ ਜਦੋਂ ਚਣਿਆਂ ਦਾ ਖੇਤ ਵੇਖਿਆ ਤੇ ਹਰੇ ਹਰੇ ਮੋਟੇ ਮੋਟੇ ਚਣੇ ਜਿਹੜੇ ਨੇ ਉਹ ਦਾਣੇ ਭਰੇ ਹੋਏ ਨੇ, ਪੱਕਣ ਦੇ ਨੇੜੇ ਹੀ ਹਨ। ਤੋ ਭਾਈ ਸਾਹਿਬ ਨੇ ਜਦੋਂ ਚਣਿਆਂ ਦਾ ਖੇਤ ਵੇਖਿਆ, ਚਣੇ ਵੇਖੇ, ਸ਼੍ਰੀ ਨਾਨਕ ਸੰਗ ਬੈਨੀ ਅਲਾਇਆ। ਵੇਖ ਕੇ ਭਾਈ ਮਰਦਾਨਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ, ਖੇਤ ਚਨਨ ਕੋ ਬਹੁ ਫਲ ਲਾਗਿਓ। ਮਹਾਰਾਜ ਜੀ ਚਣੇ ਬੜੇ ਵਧੀਆ ਲੱਗੇ ਨੇ, ਖੇਤ ਸਾਰਾ ਚਣਿਆਂ ਨਾਲ ਭਰਿਆ ਹੋਇਆ ਹੈ। ਹਿਤ ਚਾਬਨ ਮਮ ਮਨ ਅਨੁਰਾਗਿਓ। ਮੇਰਾ ਤਾਂ ਮਨ ਕਰੀ ਜਾਂਦਾ ਵੀ ਖੇਤ ਚੋਂ ਚਣੇ ਤੋੜਾਂ ਤੇ ਇਹਦੀਆਂ ਹੌਲਾਂ ਜੀਆਂ ਬਣਾ ਕੇ ਨਾ ਅੱਗ ਦੇ ਵਿੱਚ ਭੁੰਨ ਕੇ ਤੇ ਮਹਾਰਾਜ ਜੀ ਇਹ ਚਣੇ ਚੱਬੀਏ, ਬੜੇ ਸਵਾਦੀ ਲੱਗਦੇ ਆ। ਹਰੇ ਚਣੇ ਜਦੋਂ ਥੋੜੇ ਜਿਹੇ ਪੱਕਣ ਦੇ ਨੇੜੇ ਹੋਣ, ਮੋਟੇ ਹੋ ਜਾਣ ਤੇ ਅੱਗ ਦੇ ਵਿੱਚ ਪਾ ਕੇ ਜਦੋਂ ਉਹਨੂੰ ਭੁੰਨਿਆ ਜਾਂਦਾ ਨਾ, ਹੌਲਾਂ ਉਹਨੂੰ ਕਹਿੰਦੇ ਹਨ। ਤੇ ਉਹ ਹੌਲਾਂ ਜਿਹੜੀਆਂ ਨੇ ਉਹ ਬੜੀਆਂ ਸਵਾਦੀ ਲੱਗਦੀਆਂ ਨੇ ਖਾਣ ਵਿੱਚ। ਅੱਜ ਕੱਲ੍ਹ ਤਾਂ ਚਣਿਆਂ ਦੇ ਖੇਤ ਹੀ ਬਹੁਤ ਘੱਟ ਦਿਸਦੇ। 20-25 ਸਾਲ ਪਹਿਲੋਂ ਬਹੁਤ ਖੇਤ ਚਣਿਆਂ ਆਦਿਕ, ਕਿਉਂਕਿ ਹੁਣ ਰਵਾਇਤੀ ਜਿਹੜੀਆਂ ਫਸਲਾਂ ਨੇ ਪੱਕੀਆਂ ਜ਼ਿਮੀਂਦਾਰ ਵੀਰ ਉਹੀ ਬੀਜਦੇ ਹਨ। ਤੋਂ ਪਹਿਲਾਂ ਅਕਸਰ ਪਿੰਡਾਂ ਨਗਰਾਂ ਦੇ ਵਿੱਚ ਉਹਨਾਂ ਹੌਲਾਂ ਨੂੰ ਲੋਕਾਂ ਨੇ ਬਣਾਉਣਾ ਤੇ ਖਾਣਾ, ਉਹ ਬੜੀਆਂ ਸਵਾਦੀ ਹੁੰਦੀਆਂ ਖਾਣ ਵਿੱਚ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਮੇਰਾ ਮਨ ਕਰਦਾ ਵੀ ਇਹ ਚਣੇ ਚੱਬੀਏ, ਬੜੇ ਸਵਾਦ ਲੱਗਣਗੇ ਖਾਣ ਵਿੱਚ। ਆਇਸ ਦਿਓ ਸੋ ਬੂਟੇ ਉਖਾਰੋ। ਮਹਾਰਾਜ ਜੀ ਤੁਹਾਡੀ ਆਗਿਆ ਹੋਵੇ ਤੇ ਮੈਂ ਕੁਝ ਬੂਟੇ ਚਣਿਆਂ ਦੇ ਪੁੱਟ ਲਵਾਂ। ਏਠਾਂ ਅਗਨ ਜਗਾਏ ਸਵਾਰੋ। ਤੇ ਮਹਾਰਾਜ ਇੱਥੇ ਅੱਗ ਲਾ ਲੈਨੇ, ਅੱਗ ਬਾਲ ਕੇ ਤੇ ਫਿਰ ਉਹਦੇ 'ਚ ਚਣੇ ਭੁੰਨਾਂਗਾ। ਮਹਾਰਾਜ ਜੀ ਨਾਲੇ ਤੁਹਾਨੂੰ ਛਕਾਵਾਂਗਾ ਤੇ ਨਾਲੇ ਆਪ ਬਹਿ ਕੇ ਛਕਾਂਗੇ, ਚੱਬਾਂਗੇ। ਸੁਨ ਬਿਗਸੇ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਦੀਪ ਸਤਿਗੁਰੂ ਜੀ ਨੇ ਭਾਈ ਮਰਦਾਨੇ ਦੀ ਬੇਨਤੀ ਸੁਣੀ। ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਹੱਸ ਪਏ, ਮੁਸਕਰਾ ਕੇ ਬੋਲੇ, ਬੈਠ ਗਏ ਤੈਂ ਖੇਤ ਸਮੀਪਾ। ਮਹਾਰਾਜ ਜੀ ਨੇ ਆਖਿਆ, ਚੰਗਾ ਮਰਦਾਨਿਆ ਬਹਿ ਜਾਨੇ ਆ ਇੱਥੇ, ਲੱਗਦਾ ਤੇਰਾ ਦਿਲ ਕਰਦਾ ਹੈ ਵੀ ਇੱਥੇ ਆਸਣ ਲਾਈਏ। ਤੋ ਸਤਿਗੁਰੂ ਜੀ ਉਸੇ ਚਣਿਆਂ ਦੇ ਖੇਤ ਦੇ ਇੱਕ ਪਾਸੇ ਕੰਢੇ ਤੇ ਗਰੀਬ ਨਵਾਜ ਪਾਤਸ਼ਾਹ ਜੀ ਸੱਜ ਗਏ, ਬੈਠ ਗਏ। ਤੈਂ ਇੱਕ ਬਾਲਕ ਥੋ ਰਖਵਾਰਾ। ਉੱਥੇ ਨਾ ਇੱਕ ਬੱਚਾ ਸੀ ਜਿਹੜਾ ਚਣਿਆਂ ਦੀ ਖੇਤ ਦੀ ਰਾਖੀ ਬੈਠਾ ਸੀ। ਰਖਵਾਲੀ ਕਰਨ ਵਾਸਤੇ ਇੱਕ ਬੱਚਾ ਕੋਈ 13-14 ਸਾਲਾਂ ਦਾ, 15 ਸਾਲਾਂ ਦਾ ਹੋਵੇਗਾ, ਉਹ ਉੱਥੇ ਖੇਤ ਦੀ ਰਖਵਾਲੀ ਵਾਸਤੇ ਬੈਠਾ ਹੋਇਆ ਸੀ। ਸ਼੍ਰੀ ਗੁਰ ਕੋ ਤਿਨ ਦਰਸ ਨਿਹਾਰਾ। ਉਹਨੇ ਜਦੋਂ ਵੇਖਿਆ ਵੀ ਕੋਈ ਮਹਾਂਪੁਰਸ਼ ਮਹਾਤਮਾ ਨੇ ਸਾਡੇ ਖੇਤ ਦੇ ਨੇੜੇ ਆਏ, ਉਹ ਥੋੜਾ ਜਿਹਾ ਦੂਰ ਸੀ, ਉਹਨੇ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ, ਵੇਖਿਆ ਹਿਰਦਾ ਨਿਰਮਲ ਭਇਓ ਵਿਸਾਲਾ। ਸਤਿਗੁਰਾਂ ਦੇ ਦਰਸ਼ਨ ਕਰਦਿਆਂ ਉਸ ਬੱਚੇ ਦਾ ਹਿਰਦਾ ਨਿਰਮਲ ਹੋ ਗਿਆ। ਕੋਈ ਉਹਦੇ ਪੂਰਬਲੇ ਜਨਮਾਂ ਦਾ ਭਲਾ ਕਰਮ ਸੀ, ਕੋਈ ਜਪ ਤਪ ਸੀ, ਜਿਹਦਾ ਫਲ ਮਹਾਰਾਜ ਗੁਰੂ ਨਾਨਕ ਸਾਹਿਬ ਉਹਨੂੰ ਬਖਸ਼ਣ ਆਏ ਨੇ।
ਜਦੋਂ ਉਹਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਦਿਆਂ ਹੀ ਉਸ ਬੱਚੇ ਦਾ ਜਿਹੜਾ ਅੰਤਸ਼ਕਰਨ ਸੀ ਮਨ, ਉਹ ਬਿਲਕੁਲ ਸ਼ੁੱਧ ਤੇ ਨਿਰਮਲ ਹੋ ਗਿਆ। ਅਸ ਕਾਰਜ ਕੀਨੋ ਤੈ ਕਾਲਾ। ਉਸ ਬੱਚੇ ਨੇ ਕੀ ਕੀਤਾ ਉਸ ਵਕਤ, ਜਿਹੜਾ ਕੰਮ ਭਾਈ ਮਰਦਾਨਾ ਜੀ ਕਰਨਾ ਚਾਹੁੰਦੇ ਸੀ ਵੀ ਖੇਤ ਵਿੱਚੋਂ ਚਣਿਆਂ ਦੇ ਬੂਟੇ ਪੁੱਟਾਂ ਤੇ ਅੱਗ ਬਾਲ ਕੇ ਉਹਨਾਂ ਨੂੰ ਭੁੰਨ ਲਵਾਂ, ਉਹ ਕੰਮ ਉਹ ਬੱਚਾ ਕਰਨ ਲੱਗਾ ਬਿਨਾਂ ਉਹਨਾਂ ਭਾਈ ਮਰਦਾਨੇ ਦੇ ਆਖਿਆਂ, ਸਤਿਗੁਰਾਂ ਦੇ ਆਖੇ ਬਿਨਾਂ ਹੀ। ਉਹਦੇ ਮਨ ਚ ਆਈ ਵੀ ਮਹਾਂਪੁਰਸ਼ ਆਏ ਆ ਤੇ ਇਹਨਾਂ ਨੂੰ ਛਕਾਉਨੇ ਆ, ਇੱਥੇ ਤਾਂ ਹੋਲਾਂ ਹੀ ਨੇ, ਹੁਣ ਇਹ ਚਣਿਆਂ ਦਾ ਖੇਤ ਹੈ ਤੇ ਇਹਦੀਆਂ ਹੋਲਾਂ ਬਣਾ ਕੇ ਛਕਾਉਨੇ ਆ। ਉਸ ਬੱਚੇ ਨੇ ਕੀ ਕੀਤਾ, ਖੇਤ ਦੇ ਵਿੱਚੋਂ ਉਸੇ ਵਕਤ ਕੁਝ ਚਣਿਆਂ ਦੇ ਬੂਟੇ ਪੁੱਟੇ, ਆਪਣੇ ਘਰ ਸੋਂ ਬੂਟੇ ਉਖਾਰੇ। ਆਪਣੇ ਹੱਥੀਂ ਉਹਨੇ ਬੂਟੇ ਪੁੱਟੇ ਚਣਿਆਂ ਦੇ। ਪਾਵਕ ਬਾਰੀ ਖਰੇ ਸਵਾਰੇ। ਉੱਥੇ ਉਹਨੇ ਅੱਗ ਬਾਲੀ, ਆਪਣੇ ਹੱਥੀਂ ਅੱਗ ਬਾਲ ਕੇ ਤੇ ਚਣਿਆਂ ਨੂੰ ਭੁੰਨ ਕੇ ਉਹਦੀਆਂ ਹੋਲਾਂ ਟਹਿਣੀਆਂ ਨਾਲੋਂ ਜਦੋਂ ਭੁੰਨੀ ਜਾਂਦਾ, ਨਾਲ ਉਹਨਾਂ ਨੂੰ ਤੋੜ ਕੇ ਸੱਜੇ ਪਾਸੇ ਇੱਕ ਬੰਨੇ ਰੱਖੀ ਜਾਂਦਾ। ਸ਼੍ਰੀ ਗੁਰ ਆਗੇ ਧਰੇ ਸੁਜਾਈ। ਉਹਨੇ ਉਹ ਹੌਲਾਂ ਤਿਆਰ ਕਰਕੇ ਨਾ ਬੂਟਿਆਂ ਨਾਲੋਂ ਕੱਲੀ ਕੱਲੀ ਹੋਲ ਪਹਿਲਾਂ ਭੁੰਨ ਲਈ, ਭੁੰਨ ਕੇ ਫਿਰ ਉਹਨੂੰ ਤੋੜ ਲਿਆ, ਤੋੜ ਕੇ ਤੇ ਫਿਰ ਉਹ ਇਕੱਠੀਆਂ ਕਰਕੇ ਵਾਹਵਾ ਕਿਲੋ ਸਵਾ ਸੇਰ, ਸੇਰ ਸਵਾ ਸੇਰ, ਉਹ ਇਕੱਠੀਆਂ ਕਰਕੇ ਜਿੱਥੇ ਸਤਿਗੁਰੂ ਜੀ ਬੈਠੇ ਸਨ ਉੱਥੇ ਭੁੰਨ ਕੇ ਲੈ ਆਇਆ ਗਰਮ ਗਰਮ। ਬੈਠਿਓ ਨਿਕਟੇ ਆਪ ਹਿਤ ਲਾਈ। ਉਹ ਹੌਲਾਂ ਲਿਆ ਕੇ ਸਤਿਗੁਰਾਂ ਦੇ ਸਨਮੁਖ ਰੱਖ ਦਿੱਤੀਆਂ ਤੇ ਬੜੇ ਪ੍ਰੇਮ ਨਾਲ ਹਿੱਤ ਕਰਕੇ ਸਤਿਗੁਰਾਂ ਦੇ ਕੋਲ ਆ ਕੇ ਬੈਠ ਗਿਆ। ਸ਼੍ਰੀ ਪ੍ਰਭ ਕਹੇ ਲਿਹੋ ਮਰਦਾਨੇ। ਮਹਾਰਾਜ ਜੀ ਕਹਿੰਦੇ, ਲੈ ਮਰਦਾਨਿਆਂ ਤੂੰ ਫੁਰਨਾ ਕੀਤਾ ਸੀ, ਲੈ ਆ ਗਈਆਂ ਨੇ ਹੌਲਾਂ। ਕੋਈ ਹੋਰ ਫੁਰਨਾ ਕਰ ਲੈਂਦਾ ਪ੍ਰਮਾਤਮਾ ਦੇ ਵਿੱਚ ਭੇਦ ਹੋਣ ਦਾ ਤੇ ਉਹ ਵੀ ਪੂਰਾ ਹੋ ਜਾਣਾ ਸੀ। ਤੂੰ ਫੁਰਨਾ ਹੀ ਚਣਿਆਂ ਦਾ ਕੀਤਾ ਸੀ, ਲੈ ਮਰਦਾਨਿਆਂ ਫੁਰਨੇ ਨਿਰੰਕਾਰ ਪੂਰੇ ਕਰੀ ਜਾਂਦਾ ਤੇਰੇ। ਤੇ ਆ ਲੈ ਹੌਲਾਂ ਆ ਗਈਆਂ ਨੇ, ਲੈ ਬਹਿ ਕੇ ਚੱਬ ਲੈ ਜਿੰਨੀਆਂ ਚੱਬਣੀਆਂ ਹਨ। ਜੈਤ ਜੇ ਹਿਰਦੇ ਕਰੋ ਸਿਖਾਨੇ। ਤੂੰ ਜੋ ਚਾਹੁੰਦਾ ਸੀ ਆਪਣੇ ਹਿਰਦੇ 'ਚ ਵੀ ਚੱਬੀਏ ਮਹਾਰਾਜ ਜੀ ਹੌਲਾਂ ਭੁੰਨ ਕੇ, ਤੇ ਲੈ ਤੈਨੂੰ ਨਹੀਂ ਕਰਨਾ ਪਿਆ ਕੁਝ, ਤੇ ਆਪਣੇ ਆਪ ਹੀ ਹਾਜ਼ਰ ਹੋ ਗਈਆਂ ਨੇ, ਕਰਤਾਰ ਨੇ ਭੇਜ ਦਿੱਤੀਆਂ ਨੇ। ਆਇਸ ਮਾਨੀ ਕੀਨ ਚਬੀਣਾ। ਲੈ ਛਕ ਲੈ। ਭਾਈ ਮਰਦਾਨੇ ਨੇ ਆਖਿਆ, ਮਹਾਰਾਜ ਸਤ ਬਚਨ। ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਵਿੱਚੋਂ ਹਿੱਸਾ ਲਿਆ ਆਪ ਦਾ ਵਰਤਾਰਾ ਤੇ ਲੈ ਕੇ ਇੱਕ ਪਾਸੇ ਬਹਿ ਕੇ ਚੱਬ ਕੇ ਛਕਣ ਲੱਗ ਪਏ। ਸਰਬ ਨਬੇਰ ਸਵਾਦ ਬੋਲੀ ਨਾ। ਪਾਤਸ਼ਾਹ ਨੇ ਤਾਂ ਛਕੀਆਂ ਨਹੀਂ ਹਾਲੇ, ਕਹਿੰਦਾ ਮਹਾਰਾਜ ਜੀ ਤੁਸੀਂ ਤਾਂ ਛਕਣੀਆਂ ਨਹੀਂ, ਪਾਉਣ ਆ ਰਹੀ ਹੋ ਤੇ ਮੈਂ ਹੋਰ ਲੈ ਲਾਂ ਵਰਤਾਰਾ। ਪਾਤਸ਼ਾਹ ਦੇ ਅੱਗੇ ਜਿੰਨੀਆਂ ਪਈਆਂ ਹੋਲਾਂ ਸਾਰੀਆਂ ਹੀ ਲੈ ਕੇ ਭਾਈ ਮਰਦਾਨਾ ਜੀ ਇਕੱਲੇ ਹੀ ਚੱਬ ਗਏ ਤੇ ਚੱਬ ਕੇ ਸਾਰੀਆਂ ਨਿਬੇੜ ਦਿੱਤੀਆਂ। ਪੁਨ ਬਾਲਕ ਕੇ ਅਸ ਉਰਾਈ। ਹੁਣ ਉਹ ਜਿਹੜਾ ਬਾਲਕ ਸੀ ਉਹਦੇ ਮਨ 'ਚ ਏਦਾਂ ਖਿਆਲ ਆਇਆ, ਕਛ ਭੋਜਨ ਆਨੋ ਕਰ ਜਾਈ। ਸੋਚਦਾ ਮਨ ਵਿੱਚ ਵੀ ਕੋਈ ਫਕੀਰ ਨੇ ਇੱਥੇ ਆਏ ਨੇ ਤੇ ਮੈਂ ਆਪਣੇ ਘਰ ਜਾਵਾਂ ਪਿੰਡ, ਤੇ ਘਰ ਜਾ ਕੇ ਤੇ ਇਹਨਾਂ ਵਾਸਤੇ ਪ੍ਰਸ਼ਾਦਾ ਤਿਆਰ ਕਰਵਾ ਕੇ ਲੈ ਆਵਾਂ। ਦੇਵੋ ਸੰਤਨ ਅਹੀਂ ਛੁਦਾਤੁਰ। ਇਹ ਸੰਤ ਨੇ ਤੇ ਛੁਦਾਤੁਰ ਹੋਣੇ ਨੇ, ਇਹਨਾਂ ਨੂੰ ਭੁੱਖ ਲੱਗੀ ਹੋਣੀ ਹੈ। ਤੇ ਜਿਹੜੀਆਂ ਮੈਂ ਹੋਲਾਂ ਲਿਆਇਆ ਸੀ ਭੁੰਨ ਕੇ, ਉਹ ਤੇ ਇੱਕ ਤਾਂ ਕੱਲਾ ਸੰਤ ਹੀ ਛਕ ਗਿਆ, ਆ ਜਿਹੜੇ ਦੋ ਸੰਤ ਹੋਰ ਬੈਠੇ ਆ ਇਹਨਾਂ ਵਾਸਤੇ ਮੈਂ ਪ੍ਰਸ਼ਾਦਾ ਲੈ ਆਉਣਾ ਕਰੂੰ। ਪ੍ਰਸ਼ਾਦੇ ਨਾਲ ਇਹਨਾਂ ਨੂੰ ਰੱਜ ਹੋ ਜਾਏਗਾ। ਤੇ ਇਹ ਤਾਂ ਚਣੇ ਹੀ ਹੁੰਦੇ ਆ, ਜਦੋਂ ਤੱਕ ਪ੍ਰਸ਼ਾਦਾ ਨਾ ਛਕੀਏ ਸਬਰ ਨਹੀਂ ਹੁੰਦਾ। ਸੋਚਦਾ ਪਿਆ ਉਹ ਬਾਲਕ ਵੀ ਮੈਂ ਘਰ ਜਾ ਕੇ ਪ੍ਰਸ਼ਾਦਾ ਲੈ ਆਵਾਂ ਇਹਨਾਂ ਵਾਸਤੇ। ਕਰ ਵਿਚਾਰ ਤਬ ਚਲਨ ਲੱਗਾ ਕਰ। ਇਹ ਵਿਚਾਰ ਕਰਕੇ ਉਹ ਜਿਹੜਾ ਬਾਲਕ ਸੀ ਮਹਾਰਾਜ ਜੀ ਦੇ ਕੋਲੋਂ ਉੱਠ ਕੇ ਘਰ ਨੂੰ ਜਾਣ ਲੱਗਾ। ਜਦੋਂ ਉੱਠਣ ਹੀ ਲੱਗਾ, ਬੂਜਨ ਕੀਨ ਪ੍ਰਭੂ ਨੇ ਤਬਈ। ਉਸ ਬਾਲਕ ਨੂੰ ਉੱਠਦਿਆਂ ਵੇਖ ਕੇ ਮਹਾਰਾਜ ਜੀ ਸਤਿਗੁਰੂ ਜੀ ਪੁੱਛਦੇ ਹਨ, ਕਹਾਂ ਚੱਲਿਓ ਬਾਲਕ ਤੂੰ ਅਬਈ। ਮਹਾਰਾਜ ਜੀ ਕਹਿੰਦੇ ਆ, ਹੇ ਬਾਲਕ, ਹੇ ਬੱਚੇ, ਤੂੰ ਕਿੱਥੇ ਚੱਲਿਆ ਹੁਣ ਇਸ ਵਕਤ?
ਇੱਕਦਮ ਉੱਠ ਕੇ ਜਾਣ ਲੱਗਾ, ਤੂੰ ਕਿੱਥੇ ਚੱਲਿਆ? ਹੱਥ ਬੰਦ ਕਏ ਮੈਂ ਘਰ ਜਾਵਾਂ। ਉਸ ਬਾਲਕ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਕਹਿਣ ਲੱਗਾ, ਜੀ ਮੈਂ ਆਪਣੇ ਘਰ ਚੱਲਿਆ। ਹਿਤ ਤੁਮਾਰੇ ਭੋਜਨ ਲਿਆਵੋ। ਮਹਾਰਾਜ ਜੀ ਤੁਹਾਡੇ ਵਾਸਤੇ ਪ੍ਰਸ਼ਾਦਾ ਲਿਆਉਣਾ, ਪਕਾ ਕੇ ਘਰੋਂ ਭੋਜਨ ਲੈ ਕੇ ਆਉਂਦਾ ਹਾਂ। ਆਪ ਸੰਤ ਸੁਖ ਦੇਹੋ ਕਨੇਰਾ। ਮਹਾਰਾਜ ਜੀ ਤੁਸੀਂ ਸੰਤ ਜਾਨੋ, ਤੁਹਾਡੇ ਜੈਸੇ ਮਹਾਂਪੁਰਸ਼ਾਂ ਸੰਤਾਂ ਦੀ ਸੇਵਾ ਕਰੀਏ ਤੇ ਸੁੱਖ ਪ੍ਰਾਪਤ ਹੁੰਦਾ। ਤੁਸੀਂ ਮੈਨੂੰ ਸੁੱਖ ਬਖਸ਼ੋਗੇ ਜਦੋਂ ਮੈਂ ਤੁਹਾਡੀ ਸੇਵਾ ਕਰਾਂਗਾ। ਉਹ ਬੱਚਾ ਕਹਿੰਦਾ, ਮਹਾਰਾਜ ਤੁਸੀਂ ਸੰਤ ਹੋ, ਜਦੋਂ ਮੈਂ ਤੁਹਾਡੀ ਸੇਵਾ ਕਰਾਂਗਾ ਤੁਸੀਂ ਮੈਨੂੰ ਸੁੱਖ ਬਖਸ਼ੋਗੇ, ਇਸ ਕਰਕੇ ਮੈਂ ਚੱਲਿਆ ਹਾਂ। ਪਾਵੋਂ ਬਦਨ ਭਲਾ ਹੋਏ ਮੇਰਾ। ਜਦੋਂ ਤੁਸੀਂ ਮੇਰੇ ਘਰੋਂ ਆਇਆ ਪ੍ਰਸ਼ਾਦਾ ਆਪਣੇ ਮੁਖ ਚ ਪਾਵੋਗੇ ਤੇ ਮੇਰਾ ਭਲਾ ਹੋਵੇਗਾ, ਮੇਰੀ ਕਲਿਆਣ ਹੋਵੇਗੀ। ਮਹਾਰਾਜ ਜੀ ਤੈਂ ਕੇ ਉਰਕੋ ਭਾਉ ਲਖਾਨਾ। ਸਤਿਗੁਰੂ ਜੀ ਨੇ ਇਸ ਬਾਲਕ ਦੀ ਭਾਵਨਾ ਵੇਖੀ ਵੀ ਕਿਤਨਾ ਪ੍ਰੇਮ ਹੈ ਇਹਦੇ ਅੰਦਰ। ਪਹਿਲਾਂ ਚਣੇ ਲਿਆਇਆ ਵੀ ਸਤਿਗੁਰਾਂ ਦੇ ਅੱਗੇ ਭੇਟ ਕਰੀਏ, ਹੁਣ ਪ੍ਰਸ਼ਾਦਾ ਲੈਣ ਚੱਲਿਆ। ਪਾਤਸ਼ਾਹ ਨੇ ਇਹਦੀ ਭਾਵਨਾ, ਇਹਦਾ ਪ੍ਰੇਮ ਵੇਖਿਆ। ਕਿਰਪਾ ਧਾਰ ਗੁਰ ਬਚਨ ਬਖਾਨਾ। ਕਿਰਪਾ ਦੇ ਘਰ ਵਿੱਚ ਆਏ ਪਰਮ ਕਿਰਪਾਲੂ ਦਿਆਲੂ ਸਤਿਗੁਰੂ ਜੀ ਕਿਵੇਂ ਰੰਕਾਂ ਤੋਂ ਰਾਜੇ ਬਣਾਉਂਦਿਆਂ ਦੇਰੀ ਨਹੀਂ ਲਾਉਂਦੇ। ਕਿਵੇਂ ਰੰਕਾਂ ਨੂੰ ਰਾਜੇ ਬਣਾਉਂਦਿਆਂ ਦੇਰੀ ਨਹੀਂ ਲਾਉਂਦੇ। ਸ਼ਰਮ ਕਰਤੇ ਦਮ ਆਡਕੋ ਤੇ ਗਨਿਤ ਨੀਤਾ, ਭੇਖਾਰੀ ਤੇ ਰਾਜ ਕਰਾਵੇ। ਪਾਤਸ਼ਾਹ ਐਸੇ ਦਿਆਲੂ ਹਨ। ਦਇਆ ਦੇ ਘਰ ਵਿੱਚ ਪਰਮ ਕਿਰਪਾਲੂ ਸਤਿਗੁਰੂ ਜੀ ਆਏ। ਸੱਥਰ ਤੇਰਾ ਲੇਫ ਨਿਹਾਲੀ ਪਾਓ ਤੇਰਾ। ਪਾਤਸ਼ਾਹ ਜੀ ਮਹਾਰਾਜ ਜੀ ਕਹਿਣ ਲੱਗੇ, ਬਾਲਕ ਸੱਥਰ ਤੇਰਾ। ਸੱਥਰ ਦਾ ਮਤਲਬ ਹੁੰਦਾ ਵੀ ਆ ਜਿੱਥੇ ਪੁੰਜੇ ਜ਼ਮੀਨ ਤੇ ਬੈਠੇ ਆ ਥੱਲੇ ਖੇਤ 'ਚ, ਆ ਜਿਹੜੀ ਭੂਏ ਆ ਤੇਰੀ ਸੱਥਰ, ਇਹ ਸਾਡੇ ਵਾਸਤੇ ਲੇਫਾਂ ਤੇ ਨਿਹਾਲੀਆਂ ਵਾਂਗੂ ਹੈ। ਨਿਹਾਲੀ ਕਹਿੰਦੇ ਆ ਰਜਾਈ ਨੂੰ, ਇਹ ਸਾਡੇ ਲਈ ਰਜਾਈ ਆ ਤੇ ਲੇਪ ਥੱਲੇ ਵਿਛਾਉਣ ਵਾਲਾ ਬਿਸਤਰਾ। ਜਿਹੜਾ ਤੇਰਾ ਪ੍ਰੇਮ ਹੈ ਨਾ, ਆ ਜਿਹੜਾ ਪੁੰਜੇ ਬੈਠੇ ਆ ਤੇਰੇ ਪ੍ਰੇਮ ਦੇ ਵਿੱਚ, ਆ ਪੁੰਜੇ ਬੈਠਣਾ ਹੀ ਸਾਡੇ ਵਾਸਤੇ ਰਜਾਈ ਤੇ ਲੇਫ ਹੈ। ਸੱਥਰ ਤੇਰਾ ਭਾਉ, ਸੱਥਰ ਤੇਰਾ ਲੇਫ ਨਿਹਾਲੀ, ਭਾਉ ਤੇਰਾ ਪਕਵਾਨ। ਤੇ ਜਿਹੜਾ ਤੇਰਾ ਪ੍ਰੇਮ ਹੈ, ਇਹ ਪ੍ਰੇਮ ਹੀ ਸਾਡੇ ਵਾਸਤੇ 36 ਪ੍ਰਕਾਰ ਦੇ ਪਕਵਾਨ ਨੇ। ਤੇਰਾ ਪ੍ਰੇਮ ਹੀ ਸਾਡੇ ਵਾਸਤੇ ਲੇਫਾਂ ਨਿਹਾਲੀਆਂ ਨੇ, ਰਜਾਈਆਂ ਨੇ, ਤਲਾਈਆਂ ਨੇ। ਤੇ ਆ ਜਿਹੜੇ ਪੁੰਜੇ ਬੈਠੇ ਆ, ਇਹ ਵੀ ਤੇਰੇ ਪ੍ਰੇਮ ਦੇ ਵਿੱਚ ਬੈਠੇ ਹੋ। ਜਾਪਦਾ ਸਾਨੂੰ ਜਿਵੇਂ ਕਿਸੇ ਰੇਸ਼ਮ ਦੇ ਵਿਛਾਉਣੇ ਤੇ ਬੈਠੇ ਹੋਈਏ। ਤੇ ਤੇਰਾ ਇਹ ਜਿਹੜਾ ਪ੍ਰੇਮ ਹੈ ਬਾਲਕ, ਤੇਰਾ ਇਹ ਪ੍ਰੇਮ ਸਾਡੇ ਵਾਸਤੇ 36 ਪ੍ਰਕਾਰ ਦੇ ਪਕਵਾਨ ਹਨ। ਨਾਨਕ ਸਿਫਤੀ ਰਜਿਆ ਆਓ ਬਹੁ ਸੁਲਤਾਨ। ਮਹਾਰਾਜ ਜੀ ਕਹਿੰਦੇ ਆ, ਇਹ ਨਾਨਕ ਪਰਮੇਸ਼ਰ ਦੀ ਸਿਫਤ ਨਾਲ ਰੱਜਿਆ ਹੋਇਆ। ਸਾਨੂੰ ਕੋਈ ਭੁੱਖ ਨਹੀਂ, ਅਸੀਂ ਪਰਮੇਸ਼ਰ ਦੀ ਸਿਫਤ ਨਾਲ ਰੱਜੇ ਹੋਏ ਆ। ਬੇਟਾ ਆਓ ਬਹੁ ਸੁਲਤਾਨ, ਹੇ ਸੁਲਤਾਨ ਤੂੰ ਆ ਕੇ ਬੈਠ। ਪਾਤਸ਼ਾਹ ਨੇ ਬਚਨ ਕਹੇ ਉਸ ਬੱਚੇ ਨੂੰ, ਹੇ ਸੁਲਤਾਨ ਆਓ ਤੁਸੀਂ ਬੈਠੋ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਮੈਂ ਪਰਮੇਸ਼ਰ ਦੀ ਸਿਫਤ ਨਾਲ ਰੱਜਿਆ ਹੋਇਆ। ਚੌਪਈ ਅਸਕੈ ਬਖਸ਼ੀ ਤਿੰਨ ਸੁਲਤਾਨੀ। ਹੁਣ ਦੀਨ ਦੁਨੀਆ ਦੇ ਮਾਲਕ, ਕਰੋੜਾਂ ਬ੍ਰਹਮੰਡਾਂ ਦੇ ਠਾਕੁਰ ਸੁਆਮੀ ਜਗਤ ਗੁਰੂ ਗੁਰੂ ਨਾਨਕ ਸਾਹਿਬ, ਜਿਨ੍ਹਾਂ ਦੇ ਇੱਕ ਬਚਨ ਨਾਲ ਸਾਰਾ ਸੰਸਾਰ ਉਤਪੰਨ ਹੋ ਜਾਂਦਾ ਹੈ, ਔਰ ਇੱਕੋ ਵਚਨ ਤੇ ਹੰਕਾਰ ਨਾਲ ਸਾਰਾ ਸੰਸਾਰ ਉਹਨਾਂ 'ਚ ਸਿਮਟ ਜਾਂਦਾ ਹੈ। ਐਸੇ ਸਤਿਗੁਰਾਂ ਨੇ ਆਪਣੇ ਮੁਖੋਂ ਜਿਸ ਨੂੰ ਕਿਹਾ ਹੋਵੇ, ਤੂੰ ਆਓ ਬਹੁ ਸੁਲਤਾਨ, ਇਹ ਕਹਿੰਦਿਆਂ ਸਾਰ ਪਾਤਸ਼ਾਹ ਨੂੰ ਉਸ ਬੱਚੇ ਨੂੰ ਸੁਲਤਾਨੀ ਬਖਸ਼ ਦਿੱਤੀ। ਉਹਨੂੰ ਮਹਾਰਾਜ ਜੀ ਨੇ ਰੰਕ ਤੋਂ ਰਾਜਾ ਬਣਾ ਦਿੱਤਾ, ਸੁਲਤਾਨ ਬਣਾ ਕੇ ਸੁਲਤਾਨੀ ਬਖਸ਼ ਦਿੱਤੀ। ਆਗੇ ਗਮਨ ਕੀਨ ਗੁਣ ਖਾਨੀ। ਉਸ ਬੱਚੇ ਨੂੰ ਕਿਰਤਾਰਥ ਕਰਕੇ ਗਰੀਬ ਨਵਾਜ ਗੁਣਾਂ ਦੀ ਖਾਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਥੋਂ ਅੱਗੇ ਨੂੰ ਚਲੇ ਗਏ। ਬਾਲਕ ਰਿਓ ਖੇਤ ਟਿਗ ਬੈਸਾ। ਉਹ ਬਾਲਕ ਉਸੇ ਜਗ੍ਹਾ ਤੇ ਬੈਠਾ ਰਿਹਾ, ਮਨ 'ਚ ਉਹਦੇ ਆਨੰਦ ਬੜਾ ਬਣਿਆ ਹੋਇਆ ਸਤਿਗੁਰਾਂ ਦੇ ਦਰਸ਼ਨ ਕਰਕੇ। ਪਾਤਸ਼ਾਹ ਤਾਂ ਚਲੇ ਗਏ, ਇਹ ਬਚਨ ਕਰਕੇ ਵੀ ਆਓ ਬਹੁ ਸੁਲਤਾਨ, ਤੂੰ ਸੁਲਤਾਨ ਹੈ, ਆਓ ਬੈਠੋ।
ਉਹਨੂੰ ਸੁਲਤਾਨੀ ਬਖਸ਼ ਕੇ ਆਪ ਤਾਂ ਚਲੇ ਗਏ, ਉਹ ਬੱਚਾ ਉੱਥੇ ਹੀ ਬੈਠਾ ਰਿਹਾ ਖੇਤ ਵਿੱਚ। ਤਾਹੀਂ ਬਿਰਤੰਤ ਹੋਤ ਭਾ ਐਸਾ। ਹੁਣ ਗੁਰੂ ਬਾਬੇ ਨੇ ਬਚਨ ਕੀਤਾ, ਕਿਵੇਂ ਸਫਲ ਹੋਇਆ, ਕਿਵੇਂ ਉਹ ਸੁਲਤਾਨ ਬਣਿਆ, ਹੁਣ ਉਹ ਵੀ ਸੁਣੋ ਕਿਵੇਂ ਸਾਰਾ ਬਿਰਤਾਂਤ ਪ੍ਰਗਟ ਹੋਇਆ। ਸੁਣੋ ਜੀ। ਨਗਰ ਨਿਰਪਤ ਕੋ ਸੰਤਤ ਨਾਈ। ਜਿਹੜੇ ਨਗਰ ਵਿੱਚ ਉਹ ਬੱਚਾ ਰਹਿੰਦਾ ਸੀ, ਉਸ ਨਗਰ ਦਾ ਜਿਹੜਾ ਰਾਜਾ ਸੀ, ਉਹਦੇ ਘਰ ਸੰਤਾਨ ਕੋਈ ਨਹੀਂ ਸੀ, ਰਾਜੇ ਦੇ ਘਰ 'ਚ ਔਲਾਦ ਨਹੀਂ ਸੀ। ਸੋ ਮਰ ਯੋਗ ਤਿਸੀ ਦਿਨ ਮਾਈ। ਕਹਿੰਦੇ ਉਸੇ ਦਿਨ ਹੀ ਕਿਤੇ ਉਸ ਰਾਜੇ ਦੀ ਮੌਤ ਹੋਈ ਸੀ, ਉਸੇ ਦਿਨ ਜਿਸ ਦਿਨ ਸਤਿਗੁਰੂ ਜੀ ਆਏ। ਬਿਨ ਨ੍ਰਿਪ ਸਰਬ ਦੇਸ਼ ਅਕੁਲਾਇਓ। ਹੁਣ ਉਸ ਰਾਜੇ ਦੀ ਸੰਤਾਨ ਕੋਈ ਨਹੀਂ ਸੀ, ਸਾਰਾ ਨਗਰ ਹੈਰਾਨ, ਸਾਰਾ ਦੇਸ਼ ਹੈਰਾਨ ਕਿ ਹੁਣ ਰਾਜਾ ਕੌਣ ਬਣੇਗਾ ਸਾਡਾ। ਰਾਜੇ ਦੀ ਤਾਂ ਮੌਤ ਹੋ ਗਈ, ਅੱਗੇ ਉਹਦੀ ਕੋਈ ਔਲਾਦ ਨਹੀਂ ਹੈ, ਹੁਣ ਰਾਜਾ ਕਿਸ ਨੂੰ ਬਣਾਈਏ। ਹੋਏ ਏਕ ਠਾ ਮਤਾ ਪਕਾਇਓ। ਨਗਰ ਦੇ ਜਿੰਨੇ ਪਤਵੰਤੇ ਵਜ਼ੀਰ ਆਦਿਕ ਲੋਕ ਸਨ, ਉਹ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋਏ। ਮੰਤਰੀ ਸਭ ਸੋ ਗਿਰਾ ਉਚਾਰੀ। ਮੰਤਰੀਆਂ ਨੇ ਸਾਰਿਆਂ ਨੇ ਸਲਾਹ ਕੀਤੀ ਤੇ ਬੋਲੇ, ਜੇ ਹਮ ਲਈ ਨਰਕ ਅਧਿਕਾਰੀ। ਕਹਿਣ ਲੱਗੇ ਜੇ ਅਸੀਂ ਰਾਜੇ ਬਣਦੇ ਹਾਂ ਹੁਣ ਉਹਦੀ ਜਗ੍ਹਾ ਤੇ ਫਿਰ ਅਸੀਂ ਨਰਕਾਂ ਦੇ ਅਧਿਕਾਰੀ ਬਣਾਂਗੇ, ਵੀ ਅਸੀਂ ਆਪਣੇ ਮਾਲਕ ਦੇ ਬਰਾਬਰ ਬਣ ਕੇ ਬੈਠਾਂਗੇ। ਵੇਖੋ ਮੰਤਰੀ ਕਿੰਨੇ ਧਰਮੀ ਹੋਣਗੇ, ਨਹੀਂ ਤਾਂ ਉਡੀਕਦੇ ਹੁੰਦੇ ਆ ਵੀ ਕਿਹੜੇ ਵੇਲੇ ਸਾਡਾ ਰਾਜਾ ਮਰੇ ਤੇ ਅਸੀਂ ਰਾਜੇ ਬਣੀਏ। ਉਹ ਕਹਿੰਦੇ ਜੇ ਅਸੀਂ ਆਪਣੇ ਰਾਜੇ ਦੀ ਜਗ੍ਹਾ ਤੇ ਬੈਠਾਂਗੇ ਤੇ ਕਲੇਸ਼ ਹੋਵੇਗਾ, ਅਸੀਂ ਨਰਕਾਂ 'ਚ ਪਵਾਂਗੇ। ਫਿਰ ਮੰਤਰੀ ਜਿੰਨੇ ਆ ਸਾਰੇ ਇੱਕ ਦੂਜੇ ਪ੍ਰਤੀ ਦੂਸ਼ਣਬਾਜ਼ੀ ਕਰਾਂਗੇ, ਉਹ ਕਹੇਗਾ ਮੈਂ ਬਣਨਾ, ਦੂਜਾ ਕਹੇਗਾ ਮੈਂ ਬਣਨਾ। ਇਹ ਸਾਡੇ ਲਈ ਯੋਗ ਨਹੀਂ ਹੈ। ਨ੍ਰਿਪ ਕੇ ਸੁਤ ਨ ਸਹੋਦਰ ਕੋ। ਸਮੱਸਿਆ ਇਹ ਹੈ ਵੀ ਰਾਜੇ ਦੇ ਘਰ ਕੋਈ ਔਲਾਦ ਕੋਈ ਨਹੀਂ, ਨਾ ਕੋਈ ਉਹਦਾ ਭਰਾ ਹੈ ਛੋਟਾ ਵੱਡਾ। ਜੈ ਕੋ ਰਾਜ ਦਏ ਹਮ ਸੋ। ਜਿਹਨੂੰ ਅਸੀਂ ਰਾਜਾ ਬਣਾ ਕੇ ਬਿਠਾ ਦਈਏ। ਅਬ ਕਰਤਾਰ ਦੇ ਹੈ ਜਾਈ। ਕਹਿੰਦੇ ਹੁਣ ਕੀ ਕਰੀਏ। ਕਹਿੰਦੇ ਹੁਣ ਪਰਮੇਸ਼ਰ ਦੇ ਵੱਸ ਰੱਖੀਏ ਕਿ ਹੁਣ ਜਿਹਨੂੰ ਪਰਮੇਸ਼ਰ ਭੇਜੇਗਾ ਉਹੀ ਸਾਡਾ ਰਾਜਾ ਹੋਵੇਗਾ। ਸਰਬ ਬਿਠਾਰੋ ਮਿਲ ਕਰ ਤਾਈ। ਜਿਹਨੂੰ ਪਰਮੇਸ਼ਰ ਭੇਜੇਗਾ ਉਹਨੂੰ ਆਪਾਂ ਸਾਰੇ ਮਿਲ ਕੇ ਰਾਜ ਤਖਤ ਤੇ ਬਿਠਾ ਕੇ ਰਾਜਾ ਬਣਾਵਾਂਗੇ। ਤ੍ਰੈਦਰ ਨਗਰ ਬੰਦ ਕਰਵਾਏ। ਕਹਿੰਦੇ ਫਿਰ ਏਦਾਂ ਕਰੋ ਵੀ ਨਗਰ ਦੇ 4 ਦਰਵਾਜ਼ੇ ਸੀ, 4 ਐਂਟਰੀਆਂ ਸੀ ਨਗਰ ਦੀਆਂ। ਕਹਿੰਦੇ ਜਿਹੜੇ 3 ਦਰਵਾਜ਼ੇ ਨੇ ਉਹ 3 ਦਰਵਾਜ਼ੇ ਬੰਦ ਕਰ ਦਿਓ। ਖੋਲ ਏਕ ਦਰ ਸਭ ਮਿਲ ਜਾਏ। ਤੇ 3 ਦਰਵਾਜ਼ੇ ਬੰਦ ਕਰਕੇ ਤੇ ਇੱਕ ਦਰਵਾਜ਼ਾ ਖੋਲ ਕੇ ਉੱਥੇ ਚੱਲੀਏ, ਉਸ ਜਗ੍ਹਾ ਤੇ ਪਹੁੰਚੀਏ। ਔਰ ਭਾਈ ਜੋ ਮਿਲੇ ਅਗਾਰੀ। ਕੱਲ ਸਵੇਰੇ ਲੋ ਲੱਗਦਿਆਂ ਜਿਹੜਾ ਸਭ ਤੋਂ ਪਹਿਲਾਂ ਉੱਥੋਂ ਵਿਅਕਤੀ ਸਾਨੂੰ ਮਿਲੇਗਾ ਦਰਵਾਜ਼ੇ 'ਚ ਅੰਦਰ ਆਉਂਦਾ, ਇੱਕੋ ਦਰਵਾਜ਼ਾ ਖੁੱਲਾ ਰਹਿਣ ਦਿਓ, ਬਾਕੀ 3 ਬੰਦ ਕਰ ਦਿਓ। ਸਵੇਰੇ ਦਿਨ ਚੜ੍ਹੇਗਾ, ਜਿਹੜਾ ਸਭ ਤੋਂ ਪਹਿਲਾ ਬੰਦਾ ਉਸ ਦਰਵਾਜ਼ੇ ਦੇ ਅੰਦਰੋਂ ਆਏਗਾ ਬਾਹਰੋਂ, ਅਸੀਂ ਉਹਨੂੰ ਹੀ ਰਾਜਾ ਬਣਾ ਕੇ ਤਖਤ ਤੇ ਬਿਠਾਵਾਂਗੇ। ਅਸੀਂ ਇਹ ਸਮਝਾਂਗੇ ਵੀ ਉਹਨੂੰ ਪਰਮੇਸ਼ਰ ਨੇ ਭੇਜਿਆ, ਕਰਤਾਰ ਨੇ ਭੇਜਿਆ। ਹਾਂਜੀ। ਤੈਂ ਕੋ ਦੇਵੇਂ ਤਖਤ ਬਿਠਾਰੀ। ਉਸੇ ਨੂੰ ਤਖਤ ਦੇ ਉੱਤੇ ਬਿਠਾ ਦੇਵਾਂਗੇ। ਮਾਨੀ ਸਭ ਨੇ ਕਹਿ ਜਿਸ ਭਾਂਤੀ। ਇਹ ਗੱਲ ਸਾਰਿਆਂ ਨੇ ਮੰਨ ਲਈ, ਕਹਿੰਦੇ ਠੀਕ ਹੈ ਜਿਵੇਂ ਕਹੀ ਜਾ ਰਹੀ ਹੈ। ਰਿਓ ਖੇਤ ਪਰ ਬਾਲਿਕ ਰਾਤੀ। ਪਰਮੇਸ਼ਰ ਦੀ ਖੇਡ ਐਸੀ ਵੀ ਉਹ ਬੱਚਾ ਉਸ ਦਿਨ ਰਾਤ ਨੂੰ ਖੇਤ 'ਚ ਹੀ ਰੁਕ ਗਿਆ। ਮਹਾਰਾਜ ਜੀ ਦੇ ਬਚਨ ਪੂਰੇ ਹੋਣੇ ਸਨ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ। ਕਹਿੰਦੇ ਅੱਗੇ ਬੱਚਾ ਰਾਤ ਨੂੰ ਘਰ ਆ ਜਾਂਦਾ ਸੀ, ਉਸ ਦਿਨ ਉਹ ਖੇਤ 'ਚ ਹੀ ਰੁਕ ਗਿਆ। ਭਾਈ ਭੋਰ ਕਰ ਆਵਨ ਲਾਗਾ। ਉਹਨੂੰ ਇਹੋ ਜਿਹਾ ਰੰਗ ਲੱਗਾ ਵੀ ਸਾਰੀ ਰਾਤ ਬੈਠਾ ਉੱਥੇ ਰੱਬ ਰੱਬ ਕਰਦਾ ਰਿਹਾ। ਗੁਰੂ ਸਾਹਿਬ ਦੀ ਸੰਗਤ ਕਰਕੇ ਇਹੋ ਜਿਹਾ ਰੰਗ ਲੱਗ ਗਿਆ ਤੇ ਸਾਰੀ ਰਾਤ ਬੈਠਾ ਰੱਬ ਰੱਬ ਕਰਦਾ ਰਿਹਾ। ਤੇ ਅਗਲਾ ਦਿਨ ਜਦੋਂ ਲੋ ਲੱਗ ਗਈ, ਦਿਨ ਚੜ ਗਿਆ, ਤੇ ਉਹ ਆਪਣੇ ਘਰ ਵਾਪਸ ਪਰਤਣ ਲੱਗਾ ਖੇਤਾਂ ਚੋਂ। ਸਭ ਇਨ ਮਿਲਤ ਭਇਓ ਵੱਡ ਭਾਗਾ। ਉਸੇ ਦਰਵਾਜ਼ੇ ਚੋਂ ਅੰਦਰ ਆਉਣ ਲੱਗਾ ਜਿਹੜਾ ਖੁੱਲਾ ਸੀ। ਜਦੋਂ ਉੱਥੋਂ ਆਉਣ ਲੱਗਾ ਤੇ ਅੱਗੋਂ ਲੋਕ ਪਹਿਲਾਂ ਹੀ ਉਡੀਕਦੇ ਸਨ ਨਗਰ ਦੇ, ਉਹਨਾਂ ਨੇ ਵੇਖਿਆ ਤੇ ਸਾਰਿਆਂ ਨੇ ਹੱਥਾਂ ਤੇ ਚੁੱਕ ਲਿਆ ਵੀ ਨਿਰੰਕਾਰ ਨੇ ਸਾਡਾ ਰਾਜਾ ਭੇਜ ਦਿੱਤਾ।
ਸਾਰਿਆਂ ਨੇ ਬੜੀ ਖੁਸ਼ੀ ਮਨਾਈ ਤੇ ਇਹਨੂੰ ਚੁੱਕ ਲਿਆ ਲੀਤੇ ਕੋ ਇਸ਼ਨਾਨ ਕਰਾਇਓ ਔਰ ਜਾ ਕੇ ਮਹਿਲਾਂ 'ਚ ਲਿਜਾ ਕੇ ਇਸ ਬਾਲਕ ਨੂੰ ਇਸ਼ਨਾਨ ਪਾਨ ਕਰਵਾਇਆ ਰਾਜ ਸਰਬ ਕੇ ਤਖਤ ਬਿਠਾਇਓ ਔਰ ਇਸ਼ਨਾਨ ਪਾਨ ਕਰਵਾ ਕੇ ਸੋਹਣੇ ਵਧੀਆ ਵਸਤਰ ਪਵਾ ਕੇ ਆਭੂਸ਼ਣ ਪਵਾ ਕੇ ਇਹਨੂੰ ਰਾਜੇ ਦੇ ਤਖਤ ਦੇ ਉੱਤੇ ਬਿਠਾ ਕੇ ਆਪਣਾ ਰਾਜਾ ਨਿਰਧਾਰਤ ਕਰ ਲਿਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਸਫਲ ਹੋ ਗਏ। ਪਾਤਸ਼ਾਹ ਦੇ ਬਚਨ, ਕਿਉਂਕਿ ਸੂਰਜ ਆਪਣੀ ਪੂਰਬ ਦਿਸ਼ਾ ਨੂੰ ਛੱਡ ਕੇ ਪੱਛਮ ਚੋਂ ਉੱਗ ਸਕਦਾ ਹੈ, ਸੁਮੇਰ ਉੱਡ ਸਕਦਾ ਹੈ, ਸਮੁੰਦਰ ਸੁੱਕ ਸਕਦਾ ਹੈ, ਪਰ ਮੇਰੇ ਸਾਹਿਬ ਗੁਰੂ ਬਾਬੇ ਦੇ ਕਹੇ ਹੋਏ ਵਾਕ ਟਲ ਨਹੀਂ ਸਕਦੇ, ਉਹ ਅਟਲ ਹਨ। ਸਤਿ ਸ੍ਰੀ ਅਕਾਲ। ਪਾਤਸ਼ਾਹ ਨੇ ਪਲਾਂ ਵਿੱਚ ਹੀ ਉਹਦੀ ਭਾਵਨਾ ਵੇਖ ਕੇ ਉਸ ਬਾਲਕ ਨੂੰ ਰਾਜਾ ਬਣਾ ਦਿੱਤਾ। ਨਗਰ ਨਿਵਾਸੀਆਂ ਨੇ ਨਹੀਂ ਬਣਾਇਆ, ਸਤਿਗੁਰੂ ਗੁਰੂ ਨਾਨਕ ਸਾਹਿਬ ਵੀ ਪ੍ਰੇਰਕ ਨੇ, ਨਿਯੰਤਾ ਨੇ। ਔਰ ਕਹਿੰਦੇ ਉਸ ਬਾਲਕ ਨੂੰ ਰਾਜਾ ਬਣਾ ਕੇ ਇਹਨਾਂ ਨੇ ਤਖਤ ਤੇ ਬਿਠਾ ਕੇ ਸਾਰੇ ਦੇਸ਼ ਵਿੱਚ ਐਲਾਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਇਹ ਸਾਡਾ ਰਾਜਾ ਹੈ। ਗੁਰ ਕੋ ਬਚਨ ਪਾਏ ਸੋ ਬਾਲਿਕ ਪਾਤਸ਼ਾਹ ਹੋਇਓ ਤਤਕਾਲਿਕ। ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਪ੍ਰਾਪਤ ਕਰਕੇ ਉਹ ਬਾਲਕ ਤਤਕਾਲ ਪਾਤਸ਼ਾਹ ਹੋ ਗਿਆ, ਤਤਕਾਲ ਸੁਲਤਾਨ ਹੋ ਗਿਆ। ਇਸ ਪ੍ਰਕਾਰ ਪਾਤਾਹੀ ਪ੍ਰਸੰਗਾ। ਖਾਲਸਾ ਜੀ, ਇਹ ਪ੍ਰਸੰਗ ਉੱਥੇ ਵਰਤਿਆ, ਅਦਭੁਤ ਪ੍ਰਸੰਗ ਵਰਤਿਆ। ਕਿਵੇਂ ਪਾਤਸ਼ਾਹ ਨੇ ਦਇਆ ਕਰਕੇ ਰਾਜ ਬਖਸ਼ ਦਿੱਤਾ। ਅਬ ਗੁਰ ਕਉ ਕਥਾ ਸੋ ਉਮੰਗਾ। ਇਹ ਤੇ ਸੀ ਉਸ ਨਗਰ ਦੀ ਗਾਥਾ ਕਿ ਕਿਵੇਂ ਉਹ ਬਾਲਕ ਰਾਜਾ ਬਣਿਆ। ਹੁਣ ਗੁਰੂ ਨਾਨਕ ਸਾਹਿਬ ਦੀ ਕਥਾ ਕਹਿਣਾ ਭਾਈ ਸਾਹਿਬ ਕਹਿੰਦੇ ਕਿ ਉਸ ਨਗਰ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਦੋਂ ਅੱਗੇ ਚੱਲੇ ਹਨ, ਮਗ ਮੈਂ ਗਮਨੇ ਜਾਏ ਅਗਾਰੀ। ਗਰੀਬ ਨਵਾਜ ਪਾਤਸ਼ਾਹ ਜੀ ਰਸਤੇ ਵਿੱਚ ਅੱਗੇ ਅੱਗੇ ਟੁਰੇ ਜਾ ਰਹੇ ਨੇ। ਸਨਮੁਖ ਮਿਲਿਓ ਏਕ ਵਪਾਰੀ। ਜਦੋਂ ਟੁਰੇ ਜਾਂਦੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਡੱਗੀ ਵਾਲਾ ਵਪਾਰੀ ਮਿਲਿਆ ਅੱਗੋਂ। ਉਹਨਾਂ ਵੇਲਿਆਂ ਦੇ ਵਿੱਚ ਡੱਗੀ ਵਾਲੇ ਵਪਾਰੀ ਪਿੰਡਾਂ ਦੇ ਵਿੱਚ, ਨਗਰਾਂ ਦੇ ਵਿੱਚ ਲੂਣ ਮਿਰਚ ਇੱਦਾਂ ਦਾ ਜਿਹੜਾ ਰਾਸ਼ਨ ਹੁੰਦਾ ਸੀ ਪਰਚੂਨ ਦਾ, ਉਹ ਲੈ ਕੇ ਪਿੰਡ ਪਿੰਡ ਵੇਚਿਆ ਕਰਦੇ ਸਨ। ਨਾਲ ਤੱਕੜੀ ਰੱਖੀ ਹੋਣੀ, ਵੱਟੇ ਰੱਖੇ ਹੋਣੇ ਤੇ ਤੋਲ ਤੋਲ ਕੇ ਪਿੰਡ ਪਿੰਡ ਵੇਚਣਾ। ਉਹ ਵਪਾਰੀ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਰਸਤੇ ਵਿੱਚ ਜਦੋਂ ਟੁਰੇ ਜਾਂਦੇ ਸੀ ਉਸ ਨਗਰ ਤੋਂ, ਉਹ ਡੱਗੀ ਵਾਲਾ ਵਪਾਰੀ ਸਤਿਗੁਰੂ ਜੀ ਨੂੰ ਮਿਲਿਆ। ਤੈਂ ਸੋ ਸ਼੍ਰੀ ਗੁਰ ਗਿਰਾ ਉਚਾਰੀ। ਉਹਨੂੰ ਮਹਾਰਾਜ ਜੀ ਨੇ ਵੇਖਿਆ ਤੇ ਵੇਖ ਕੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ। ਉਹਦੇ ਵੀ ਕੋਈ ਕਰਮ ਸਵੱਲੇ ਜਾਗਣੇ ਸੀ। ਜਿਹੜੇ ਜਿਹੜੇ ਵੀ ਸਾਹਿਬ ਨੂੰ ਮਿਲ ਰਹੇ ਨੇ, ਕੱਲੇ ਮਨੁੱਖ ਹੀ ਨਹੀਂ, ਕੱਲੇ ਹੀ ਮਾਨਵ ਕੋਟੀ ਨਹੀਂ। ਮੇਰੀ ਇਹ ਧਾਰਨਾ ਹੈ, ਮੇਰੇ ਆਪਣੇ ਨਿੱਜੀ ਵਿਚਾਰ ਹਨ ਕਿ ਜਿਹੜੇ ਜਿਹੜੇ ਪਸ਼ੂ, ਜਾਨਵਰ, ਪੰਛੀ ਗੁਰੂ ਨਾਨਕ ਸਾਹਿਬ ਨੂੰ ਵੇਖਦੇ ਉਹ ਵੀ ਮੁਕਤ ਹੋ ਜਾਂਦੇ ਰਹੇ। ਮਨੁੱਖ ਤਾਂ ਮੇਰੇ ਸਾਹਿਬ ਨੇ ਤਾਰੇ ਹੀ ਹਨ। ਜਿਹੜਾ ਵੀ ਸਾਹਿਬ ਨੂੰ ਮਿਲਿਆ, ਜਿਸ ਨੇ ਵੀ ਸਾਹਿਬ ਦੇ ਦਰਸ਼ਨ ਕੀਤੇ, ਪਾਤਸ਼ਾਹ ਦੀ ਦਇਆ ਦੇ ਪਾਤਰ ਬਣ ਕੇ ਉਹ ਮੁਕਤ ਹੋ ਗਏ। ਜੇ ਮੂਲਾ ਬੇਮੁਖ ਹੋਇਆ ਵੀ ਸੀ, ਪਰ ਸਾਹਿਬਾਂ ਦੇ ਦਰਸ਼ਨਾਂ ਦਾ ਪ੍ਰਤਾਪ ਸੀ, ਭਾਵੇਂ ਭਟਕਦਾ ਰਿਹਾ ਕਈ ਜੂਨੀਆਂ ਵਿੱਚ, ਅਖੀਰ 10ਵੇਂ ਪਾਤਸ਼ਾਹ ਜੀ ਨੇ ਉਹਦੀ ਮੁਕਤੀ ਕਰਕੇ ਉਹਨੂੰ ਬੰਦ ਖਲਾਸੀ ਦਿੱਤੀ। ਇਹ ਫਲ ਉਹਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਪ੍ਰਾਪਤ ਹੋਇਆ ਸੀ। ਭਟਕਣਾ ਪਿਆ ਬੇਮੁਖ ਹੋ ਕੇ, ਪਰ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਫਲ ਵੀ ਉਹਨੂੰ ਪ੍ਰਾਪਤ ਹੋਇਆ। ਗਰੀਬ ਨਵਾਜ ਪਾਤਸ਼ਾਹ ਇਸ ਵਪਾਰੀ ਨੂੰ ਮਿਲੇ ਤੇ ਵਪਾਰੀ ਦੇ ਵੀ ਕੋਈ ਕਰਮ ਸਨ ਪੂਰਬਲੇ ਜਨਮਾਂ ਦੇ ਚੰਗੇ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪੁੱਛਦੇ ਹਨ, ਕਿਆ ਬਾਂਧਿਓ ਹੈ ਤੋਏ ਪਿਛਾਰੀ। ਮਹਾਰਾਜ ਜੀ ਕਹਿੰਦੇ ਆ, ਭਾਈ ਇਹ ਪੰਡ ਬੱਧੀ ਫਿਰਦਾ, ਇਹ ਜਿਹੜੀ ਪੰਡ ਭਰੀ ਬੱਧੀ ਆ, ਇਹਦੇ ਚ ਕੀ ਬੰਨਿਆ ਹੋਇਆ ਹੈ?
ਇਹਦੇ 'ਚ ਕੀ ਇਕੱਠਾ ਕਰਕੇ ਰੱਖਿਆ ਹੋਇਆ ਹੈ? ਸੁਨਤ ਵਪਾਰੀ ਬਚਨੀ ਉਚਾਰਾ। ਸੁਣ ਕੇ ਉਹ ਵਪਾਰੀ ਅੱਗੋਂ ਬੋਲਿਆ, ਕਹਿਣ ਲੱਗਾ, ਲੋਨ ਤੂਲ ਤੇਲੰ ਬਿਵਹਾਰਾ। ਕਹਿਣ ਲੱਗਾ ਜੀ ਇਹਦੇ 'ਚ ਲੂਣ ਹੈ, ਤੇਲ ਹੈ, ਤੇ ਹੋਰ ਜਿਹੜੀਆਂ ਰਸੋਈ ਦਾ ਰਾਸ਼ਨ ਵਗੈਰਾ ਥੋੜਾ ਬਹੁਤ ਹੁੰਦਾ, ਮਿਰਚਾਂ ਆਦਿਕ। ਕਹਿੰਦਾ ਜੀ ਉਹ ਮੈਂ ਆਪਣੇ ਕੋਲ ਇਕੱਠਾ ਕੀਤਾ, ਤੇ ਰੂਹ ਹੈ ਇਹਦੇ ਵਿੱਚ ਨਾਲ ਮੇਰੇ ਕੋਲ। ਏਤ ਜੀਵਕਾ ਗ੍ਰਾਮਨ ਫਿਰਈ। ਆਪਣੀ ਜੀਵਕਾ ਵਾਸਤੇ ਮੈਂ ਪਿੰਡ ਪਿੰਡ ਫਿਰਦਾ, ਤੇ ਪਿੰਡ ਪਿੰਡ ਫਿਰ ਕੇ ਚੀਜ਼ਾਂ ਵੇਚਦਾ ਹਾਂ। ਕਰ ਕੈ ਬਨਜ ਲਾਭ ਅਨੁਸਰਈ। ਔਰ ਇਹਦੇ ਵਣਜ ਤੋਂ ਬਾਅਦ ਜਿਹੜਾ ਕੋਈ ਮੈਨੂੰ ਮੁਨਾਫਾ ਹੁੰਦਾ ਹੈ, ਉਸ ਮੁਨਾਫੇ ਨਾਲ ਮੈਂ ਆਪਣਾ ਪਰਿਵਾਰ, ਆਪਣਾ ਟੱਬਰ ਪਾਲਦਾ ਹਾਂ। ਤੈਂ ਗਤ ਦੇਨ ਗੁਰੂ ਤਬ ਬੋਲੇ। ਹੁਣ ਇਸ ਵਪਾਰੀ ਦੇ ਵੀ ਭਾਗ ਜਾਗਣੇ ਸੀ ਕੋਈ ਪੂਰਵਲੇ ਜਨਮਾਂ ਦੇ। ਇਹਨੂੰ ਮੁਕਤੀ ਦੇਣ ਵਾਸਤੇ, ਇਹਦੀ ਬੰਦ ਖਲਾਸੀ ਕਰਨ ਵਾਸਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਬੋਲੇ, ਹਮੇ ਦਿਖਾਵੋ ਗਠਰੀ ਖੋਲੇ। ਮਹਾਰਾਜ ਜੀ ਕਹਿੰਦੇ ਜਿਹੜੀ ਗੰਢ ਚੁੱਕੀ ਹੋਈ ਹੈ, ਤੇ ਵਪਾਰੀ ਇਹ ਗੰਢ ਖੋਲ ਕੇ ਸਾਨੂੰ ਵਿਖਾ ਵੀ ਇਹਦੇ 'ਚ ਕੀ ਕੀ ਰੱਖਿਆ ਹੋਇਆ, ਕਿਹੜੀ ਕਿਹੜੀ ਸ਼ੈ ਤੂੰ ਇਸ ਗੰਢ ਦੇ ਵਿੱਚ ਬੰਨੀ ਹੋਈ ਹੈ। ਸੁਨ ਕੰਦੇ ਤੇ ਤਾਹੇ ਉਤਾਰੀ। ਮਹਾਰਾਜ ਜੀ ਦੇ ਬਚਨ ਸੁਣ ਕੇ ਉਹਨੇ ਉਸੇ ਵੇਲੇ ਜਿਹੜੀ ਉਹ ਪੰਡ ਸੀ ਲਾ ਕੇ ਥੱਲੇ ਰੱਖ ਦਿੱਤੀ, ਜਿਹੜੀ ਗੰਢ ਚੁੱਕੀ ਹੋਈ ਸੀ। ਖੋਲ ਗੰਠ ਧਰ ਦੀਨ ਅਗਾਰੀ। ਉਹ ਖੋਲ ਕੇ ਨਾ ਸਾਰੀ ਪੰਡ ਤੇ ਮਹਾਰਾਜ ਜੀ ਦੇ ਅੱਗੇ ਰੱਖ ਦਿੱਤੀ। ਤੋਲਨ ਹਿਤ ਜੇ ਪਾਹਨ ਪਾਏ। ਫਿਰ ਉਹਨਾਂ ਨੂੰ ਤੋਲਣ ਵਾਸਤੇ ਜਿਹੜੇ ਪੱਥਰ ਹੁੰਦੇ ਵੱਟੇ, ਉਹ ਵੀ ਉਹਨੇ ਨਾਲ ਬੰਨੇ ਹੋਏ ਸੀ। ਸ਼੍ਰੀ ਪ੍ਰਭ ਨੇ ਸੋ ਹਾਥੇ ਉਚਾਏ। ਪਾਤਸ਼ਾਹ ਵਿੱਚੋਂ ਵੱਟੇ ਚੁੱਕ ਲਏ, ਜਿਹੜੇ ਉਹ ਵੱਟੇ ਸੀ ਨਾ, ਉਹ ਵੱਟੇ ਚੁੱਕ ਕੇ ਮਹਾਰਾਜ ਜੀ ਵੇਖਣ ਲੱਗ ਪਏ, ਤੇ ਪੁੱਛੇ ਨੇ ਆਹ ਵੱਟੇ ਕਿਸ ਕੰਮ ਦੇ ਆਉਂਦੇ ਆ, ਇਹ ਕਿੰਨੇ ਵਜਨ ਦਾ, ਇਹ ਕਿੰਨੇ ਵਜਨ ਦਾ। ਪਾਤਸ਼ਾਹ ਨੂੰ ਕਿਹੜਾ ਭੁੱਲਿਆ ਸੀ, ਇਹੋ ਜਿਹੇ ਵੱਟਿਆਂ ਨਾਲ ਹੀ 13 ਤੋਲਦੇ ਰਹੇ ਆ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ। ਵਪਾਰੀ ਦੀ ਕੋਈ ਅੰਦਰ ਦੀ ਖੇਡ ਮਹਾਰਾਜ ਜੀ ਨੇ ਜਗਾਣੀ ਸੀ, ਉਹਦੇ ਵਾਸਤੇ ਸਵਾਲ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਜੀ ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਰ ਬ੍ਰਹਮ, ਅਗਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ।